वाहिगुरु जी का खालसा वाहिगुरु जी की फतेह। चबर छत्र तख्तां दे मालक गुरगद्दी ते सुभाईमान पातशाह धन धन साहिब श्री गुरु ग्रंथ साहिब जीआं दी पावन गोद विच बड़े ही प्रेम सहित शाम दे दीवाना विच आप जी जुड़ बैठे हो। सुभागा समा है, सफला बनाइए। सतगुर जीआं दी पावन अमृत कथा दे विचों आप जी ने कल सरवण कीता। गुरु नानक साहब सच्चे पातशाह जी राय बुलार जी नूं उपदेश बख्श रहे ने। सतगुरां ने पहला सवाल किया, पुछया तुसी कौन हो? कहंदे महाराज मैं राय बुलार हाँ, मेरा शरीर बुढ़ापे च आया है, कमज़ोर हाँ, मेरा परिवार है, राज भाग है, धी पुत ने, नौकर चाकर ने। गुरु नानक साहब महाराज जी आखन लगे राय बुलार जी कि सचमुच तुसी यही हो? कहते हाँ महाराज। गुरु पातशाह ने बड़े विस्तार सहित समझाया, ना शरीर तेरा ना परिवार तेरा है, ये तो सुखां दे साथी ने। तन दा दुख, तन दा बुढ़ापा, तन दा रोग अपने आप ही हंडौना पैना है। शरीर एक मिट्टी दी न्याई है, ये पंजां तत्तां तो बने आ, पंज तत्त भी तू नहीं, तू ते कोई होर है। एक हौमे है तेरे को इस शरीर दी, ये परिवार मेरा है, पत्नी मेरी है, पुत्र मेरा है। पर सतगुर कहंदी उत्ते पंजां तत्तां तो बने होए आ। पंज तत्त तेरे कदे भी नहीं मरदे। जद बचपन विच सी उदों भी पंज तत्त ने, जिदन मुर्दा लाश हो जाएगा पंज तत्त उदों भी मौजूद ने। तेरा असल रूप जदों इनू छड्ड के चले गया राय बुलार, तेरा ये शरीर जिहड़ा साफ सुथरा सी अपवित्र हो जाना है। बड़ी गहरी स्रोत सी, बड़े प्यार च आप जी ने कल आनंद माणिया। सुआओ उसे थां चलीए सुरत करके, पाओ प्रेम दी सांझ गज वज के आखो जी सतनाम सिरे वाहिगुरु साहिब जी, सतनाम सिरे वाहिगुरु साहिब जी। धन आदक जे पिखो पदारथ, सब जीवत लो मुए आकारथ। दीन दुनिया दे मालक गुरु नानक साहब महाराज राजा राय बुलार जी नूं उपदेश बख्श रहे ने। राय बुलार जी तुसी शरीर नहीं हो ते ना तुसी राय बुलार हो। ये नाम हर मनुख दा उहदे जम्मण तो कई दिनां बाद मिलदा है। मैं कहा मेरा नाम रजिंदर सिंह है, पर ये नाम जम्मण तो कई दिन बाद मिले, उस तो पहला तो बेनाम सी। दुनिया का हर बंदा जन्म वेले बेनाम है, पर इस नाम का गर्व करदा है, इस नाम का माण करदा है। मेरा घर, मेरा परिवार, मेरे दोस्त, मेरे साथी, मेरा सब कुछ है। सच्चे पातशाह कहते ये जिउंदियां दे दोस्त ने तेरे। सुख मैं आन बहुत मिल बैठत रहत चहूँ दिस घेरे,
ਬਿਪਤ ਭਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੇ। ਬਿਪਤਾ 'ਚ ਤੇਰਾ ਕੋਈ ਨਹੀਂ ਹੈ, ਇਹ ਤੇਰੇ ਸੁੱਖਾਂ ਦੇ ਸਾਥੀ ਨੇ, ਸੁੱਖਾਂ ਦੇ ਸੱਜਣ ਨੇ। ਜਦੋਂ ਨਾਮ ਤੇਰਾ ਨਹੀਂ, ਸਰੀਰ ਤੇਰਾ ਨਹੀਂ, ਜੇ ਸਰੀਰ ਤੇਰਾ ਹੁੰਦਾ ਤੇ ਤੇਰੀ ਮਰਜ਼ੀ ਅਨੁਸਾਰ ਰਹਿੰਦਾ। ਮੈਂ ਚਾਹੁੰਦਾ ਮੈਂ ਜਵਾਨ ਰਵਾਂ, ਸਰੀਰ ਕਹਿੰਦਾ ਬੁੱਢਾ ਹੋਣਾ ਪੈਣਾ। ਪ੍ਰਕਿਰਤੀ ਕਹਿੰਦੀ ਤੇਰੇ ਕੇਸ ਚਿੱਟੇ ਹੋਣਗੇ ਤੇ ਬੰਦਾ ਕਾਲੇ ਕਰਦਾ ਫਿਰਦਾ ਹੈ, ਤੇ ਆਪਣਾ ਕੀ ਹੈ? ਮਰਦ ਕਹਿੰਦੇ ਜਦੋਂ ਸਰੀਰ ਆਪਣਾ ਨਹੀਂ, ਤਨ ਆਪਣਾ ਨਹੀਂ, ਧਨ ਆਪਣਾ ਨਹੀਂ, ਪਦਾਰਥ ਆਪਣੇ ਨਹੀਂ, ਤੇ ਫਿਰ ਜਾਤਾਂ ਦਾ ਕਾਹਦਾ ਅਭਿਮਾਨ ਹੈ? ਧਰਮਾਂ ਤੇ ਵਰਨਾਂ ਦਾ ਮਾਣ ਕਾਹਦਾ ਹੈ? ਰਾਏ ਬੁਲਾਰ ਸਾਹਿਬ ਜੀ, ਅਸਲ ਵਿੱਚ ਇਹ ਤੇਰਾ ਤੇ ਮੇਰਾ ਸਰੂਪ ਹੀ ਨਹੀਂ। ਜੇ ਗਿਆਤੇ ਬੰਤ ਸੁਤ ਨਾਤੇ, ਤਨ ਤਿਆਗੇ ਤੇ ਕੋ ਨਾ ਸੰਗਤੇ। ਗੁਰੂਦੇਵ ਆਖਣ ਲੱਗੇ ਰਾਏ ਬੁਲਾਰ, ਜਿਸ ਵੇਲੇ ਮਨੁੱਖ ਸਰੀਰ ਛੱਡ ਕੇ ਜਾਂਦਾ, ਇਹਦੇ ਸੱਜਣ, ਇਹਦੇ ਸਾਥੀ, ਇਹਦਾ ਪਰਿਵਾਰ ਕਾਹਲੀ ਕਰਦਾ, ਇਹਨੂੰ ਛੇਤੀ ਸਾੜ ਦਿਓ, ਛੇਤੀ ਫੂਕ ਦਿਓ। ਜਦੋਂ ਇਹ ਹੰਸ ਇਕੱਲਾ ਜਾਂਦਾ ਨਾ, ਇਹ ਇਕੱਲਾ ਹੀ ਹੈ, ਇਹਦਾ ਕੋਈ ਸਾਥੀ ਨਹੀਂ ਹੈ। ਜਿਉਂਦੇ ਜੀਏ ਦੇ ਨਾਲ ਚੱਲਣ ਵਾਲੇ ਬੜੇ ਸੀ, ਇਹਦੀ ਮਾਇਆ ਕਰਕੇ, ਪਦਾਰਥਾਂ ਕਰਕੇ ਕੁਝ ਦੁੱਖਾਂ ਵਿੱਚ ਭੱਜ ਗਏ, ਕੁਝ ਅੰਤਮ ਸਮੇਂ ਅੱਧ ਸੜਿਆ ਛੱਡ ਕੇ ਘਰ ਨੂੰ ਮੁੜਿਆ ਏ। ਤੇਰੇ ਆ ਸੰਗਾਤੀ, ਤੇਰੇ ਆ ਸੱਜਣ, ਤੇਰੇ ਕਿੱਥੋਂ ਹੋ ਗਏ? ਤੇਰੀ ਤੇ ਹਉਮੈ ਰੱਖੀ ਹੋਈ ਹੈ, ਤੇਰਾ ਤੇ ਮਾਣ ਹੈ। ਗੁਰੂ ਸਾਹਿਬ ਨੇ ਕਿਹਾ ਸੀ ਨਾ, ਤੇਰੀ ਹਉਮੈ ਕਿੱਥੇ ਵਸਦੀ? ਕਹਿੰਦੇ ਮਰਦ ਮੇਰੀ ਹਉਮੈ ਮੇਰੇ ਸਰੀਰ ਵਿੱਚ ਵਸਦੀ ਹੈ। ਮੈਨੂੰ ਲੱਗਦਾ ਮੈਂ ਸੋਹਣਾ ਆ, ਮੈਂ ਚੰਗਾ ਆ, ਮੇਰਾ ਪਰਿਵਾਰ ਮੇਰੀ ਇੱਜ਼ਤ ਕਰਦਾ, ਲੋਕ ਮੈਨੂੰ ਮੰਨਦੇ ਆ, ਧਰਮ ਦੀ ਦੁਨੀਆ ਵਿੱਚ ਵੀ ਲੋਕ ਮੇਰਾ ਸਤਿਕਾਰ ਕਰਦੇ ਆ। ਕਹਿੰਦੇ ਇਹ ਫੋਕੇ ਦਾਵੇ ਸੀ ਜ਼ਿੰਦਗੀ ਦੇ। ਜਿੱਦਣ ਮਰਿਆ ਜਾਤਾਂ ਦੇ ਰੌਲੇ ਖਤਮ, ਜਿਸ ਦਿਨ ਮਰ ਗਿਆ ਧਰਮਾਂ ਦੇ ਰੌਲੇ ਖਤਮ। ਜਿਉਂਦੇ ਜੀ ਚਿੰਤਾ ਚੁੱਕੀ ਫਿਰਦਾ ਹੈ, ਮਰਿਆ ਚਿਤਾ ਤੇ ਪਿਆ ਆਖੋ ਸਤਨਾਮ ਤੇਰਾ ਕੀ ਹੈ। ਜਦੋਂ ਰਾਏ ਬੁਲਾਰ ਸਾਹਿਬ ਨੇ ਸਤਿਗੁਰਾਂ ਦੇ ਬਚਨ ਸੁਣੇ, ਅੱਖਾਂ ਚੋਂ ਤਿਪ ਤਿਪ ਅਥਰੂ ਆਉਂਦੇ ਆ। ਮੈਂ ਤੇ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਸਭ ਕੁਛ ਹੀ ਮੇਰਾ ਹੈ। ਇੱਥੇ ਤੇ ਬਾਣੀ ਨੇ ਸਪਸ਼ਟ ਲਿਖਿਆ ਹੈ, ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਥੇ ਭਾਈ, 12 ਜੋਜਨ ਛਤਰ ਚੁਲੇ ਥਾ, ਦੇਹੀ ਗਰਜਨਾ ਖਾਈ। ਜਿਹੜੇ ਮੇਰੀ ਮੇਰੀ ਕਰਦੇ ਸੀ, ਜਿਨ੍ਹਾਂ ਦਾ ਰਾਜ ਸੀ ਕਦੇ ਕੈਰਵਾਂ ਦਾ, 12 ਜੋਜਨ ਤੱਕ ਜਿਨ੍ਹਾਂ ਦੇ ਨਾਮ ਦੇ ਝੰਡੇ ਤੇ ਛਤਰ ਝੂਲਦੇ ਸੀ, ਉਹ ਇੱਕ ਦਿਨ ਸਮਾਂ ਆਇਆ ਗਿਰਜਾ ਨੇ, ਇੱਲਾ ਨੇ ਵੀ ਦੇਹ ਨਾ ਖਾਧੀ। ਦੋ ਅਰਥ ਨੇ ਬਾਣੀ ਦੇ। ਕਹਿੰਦੇ ਉਹ ਵੱਡਿਆਂ ਸੁੱਖਾਂ ਵਿੱਚ ਰਹਿਣ ਵਾਲੇ, ਜੰਮਣ ਪਲਣ ਵਾਲੇ, ਉਹ ਵੀ ਆਪਣਾ ਸਰੀਰ ਇੱਥੇ ਛੱਡ ਕੇ ਤੁਰ ਗਏ। ਸਾਰੀ ਜ਼ਿੰਦਗੀ ਬੰਦਾ ਜਿਹਦੇ ਲਈ ਸਾਫ਼ ਹੁੰਦਾ ਫਿਰਦਾ ਰਿਹਾ, ਅੰਤ ਵੇਲੇ ਤੇਰੇ ਉਹ ਸੱਜਣ ਤੈਨੂੰ ਹੱਥ ਵੀ ਨਹੀਂ ਲਾਉਂਦੇ, ਕਹਿੰਦੇ ਮੁਰਦਾ ਏ। ਤੇਰੇ ਸੰਸਕਾਰ ਤੋਂ ਬਾਅਦ ਵੀ ਨਹਾਉਂਦੇ ਫਿਰਦੇ ਆ, ਪਰ ਤੇਰੀ ਹਉਮੈ ਤੇ ਕਹਿੰਦੀ ਸੀ ਮੇਰੇ ਲਾਗੇ ਨਾ ਬੈਠੀ, ਮੇਰੇ ਕੋਲ ਨਾ ਬੈਠੀ, ਮੈਂ ਮਹਾਨ ਬੜਾ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਜੀ, ਇਹ ਫੋਕੀ ਹਉਮੈ ਹੈ। ਸਰੀਰ ਮੇਰਾ ਨਹੀਂ ਤੇ ਨਾ ਮੈਂ ਸਰੀਰ ਹਾਂ। ਦੋਹਰਾ ਬਸਤਰ ਸਮਾਨ ਸਰੀਰ ਸੋ, ਜੀਰਨ ਹੈ ਤਜ ਜਾਹੇ, ਜਾਂ ਤੇ ਨਿਆਰੋ ਆਤਮਾ, ਲਖੋ ਹਿਰਦੇ ਨਰ ਨਾਹੀ। ਰਾਏ ਬੁਲਾਰ ਜੀ ਕਹਿੰਦੇ ਮਰਦ ਫਿਰ ਸਰੀਰ ਕੌਣ ਆ ਤੇ ਮੈਂ ਕੌਣ ਆ? ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਤੂੰ ਆਤਮਾ ਏ, ਸਰੀਰ ਤੇ ਤੇਰਾ ਕੱਪੜੇ ਵਰਗਾ ਏ। ਕੱਪੜਾ ਛਿੱਜ ਜਾਂਦਾ, ਰਫੂ ਕਰਾ ਸਕਦੇ ਆ, ਟਾਕੀਆਂ ਲਾ ਸਕਦੇ ਆ, ਪਰ ਸਰੀਰ ਛਿੱਜ ਜੇ ਕੋਈ ਪੈਂਚਰ ਲੱਗਦਾ ਹੈ? ਚਮੜੀ ਛਿੱਜ ਜਾਏ ਕੋਈ ਮੈਡੀਸਨ ਹੈ ਜਵਾਨ ਕਰ ਦੂ? 80 ਸਾਲਾਂ ਦਾ ਬਾਬਾ ਲੱਗਣਾ ਹੀ 80 ਦਾ 20 ਦਾ ਹੋ ਹੀ ਨਹੀਂ ਸਕਦਾ। ਜਿੰਨੀਆਂ ਮਰਜ਼ੀ ਸਰਜਰੀਆਂ ਕਰਾ ਲੈ, ਕਾਸਮੈਟਿਕ ਕਰਾਈ ਜਾ, ਜਿੱਥੇ ਮਰਜ਼ੀ ਭੱਜ ਲਾ ਅਮਰੀਕਾ ਤੱਕ, ਪਰ ਜਿੱਦਣ ਬੁੱਢਾ ਹੋ ਗਿਆ ਨਾ, ਤੇਰੇ ਸਟਰਕਚਰ ਨੇ ਦੱਸ ਦੇਣਾ ਤੈਥੋਂ ਤੁਰਿਆ ਨਹੀਂ ਜਾਂਦਾ, ਤੈਥੋਂ ਬੋਲਿਆ ਨਹੀਂ ਜਾਂਦਾ। ਜੋ ਮਰਜ਼ੀ ਕਰਾਈ ਜਾ ਲਿਪਾ ਪੋਚੀ ਪੈਸੇ ਦੀ, ਪਰ ਸਰੀਰ ਦੱਸੇਗਾ। ਮਰਦ ਕਹਿੰਦੇ ਕੱਪੜਾ ਛਿਜਿਆ ਤੇ ਕਿਸੇ ਕੰਮ ਆ ਸਕਦਾ ਹੈ, ਪਰ ਇਹ ਛਿਜਿਆ ਕੰਮ ਨਹੀਂ ਆਉਂਦਾ। ਇਹ ਤੇ 4 ਮਣ ਦੀ ਦੇਹ ਹੈ ਜਿਹਦਾ ਭਾਰ ਚੁੱਕੀ ਫਿਰਦਾ। ਇੱਕ ਤੇ ਦੇਹ ਦਾ ਭਾਰ ਹੈ, ਦੂਜਾ ਹਉਮੈ ਦਾ ਭਾਰ। ਹਉਮੈ ਦਾ ਸਭ ਤੋਂ ਵੱਡਾ ਭਾਰ ਸਾਡੇ ਸਿਰ ਤੇ ਹਉਮੈ ਦਾ ਹੀ ਹੈ। ਮੇਰਾ ਘਰ-ਬਾਰ,
ਮੇਰੀ ਪ੍ਰਾਪਰਟੀ, ਮੈਂ ਸਾਰੀ ਜ਼ਿੰਦਗੀ ਬੱਚਿਆਂ ਲਈ ਆਹ ਕੀਤਾ, ਬੱਚੇ ਮਰਿਆਂ ਤੋਂ ਫੋਟੋ ਵੀ ਨਹੀਂ ਲਾਉਂਦੇ, ਕਹਿੰਦੇ 6 ਮਹੀਨੇ ਹੋ ਗਏ, ਲਾ ਕੇ ਮਾਰ ਯਾਰ, ਮੁਰਦਾ ਮੱਥੇ ਲੱਗਦਾ, ਕੌਣ ਪੁੱਛਦਾ ਹੈ? ਬਾਣੀ ਲਿਖਦੀ ਸਭ ਕਿਛ ਜੀਵਤ ਲੋ ਵਿਵਹਾਰ, ਜਿਉਂਦੇ ਜੀ ਤੇਰੇ ਵਿਵਹਾਰ ਨੇ, ਜਿਉਂਦੇ ਜੀ ਤੇਰੀ ਮਾਇਆ ਏ, ਜਿੱਦਣ ਤੂੰ ਮਰ ਗਿਆ ਸਭ ਕੁਝ ਖਤਮ, ਤੇਰਾ ਚੈਪਟਰ ਮੁੱਕ ਜਾਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਰੀਰ ਤੂੰ ਨਹੀਂ ਹੈ ਰਾਏ ਬੁਲਾਰ ਸਾਹਿਬ, ਪਰ ਆਪਾਂ ਤੇ ਸਰੀਰ ਨੂੰ ਆਪਣਾ ਬਣਾਈ ਫਿਰਦੇ ਆ ਵੀ ਮੇਰਾ ਸਰੀਰ ਮੈਂ ਆ, ਮੈਂ ਸਿਆਣਾ ਆ, ਮੇਰੇ ਵਰਗਾ ਕੌਣ ਹੈ? ਗੁਰੂ ਸਾਹਿਬ ਕਹਿੰਦੇ ਮਤਾ ਭੁਲੇਖਾ ਰੱਖਿਓ, ਜਦ ਇਸ ਸਰੀਰ ਵਿੱਚੋਂ ਰੂਹ ਉਡਾਰੀ ਮਾਰਦੀ ਆ, ਸੌਲ ਉੱਡ ਜਾਂਦੀ ਹੈ, ਫਿਰ ਕੀ ਹੁੰਦਾ ਹੈ? ਕਹਿੰਦੇ ਆ ਜਿਹੜਾ ਨੱਚਦਾ ਟੱਪਦਾ ਗਾਉਂਦਾ ਫਿਰਦਾ ਸੀ, ਇਹ ਚੁੱਕਣਾ ਵੀ ਔਖਾ ਹੋ ਜਾਂਦਾ ਹੈ। ਜਿਹੜਾ ਕਹਿੰਦਾ ਸੀ ਮੈਨੂੰ ਵੱਧ ਦਿਸਦਾ ਹੈ, ਮੈਂ ਤੇਜ਼ ਦੌੜਦਾ ਹਾਂ, ਮੈਂ ਤੇਜ਼ ਬੋਲਦਾ ਹਾਂ, ਮੈਨੂੰ ਦੂਜੇ ਘਰ ਦੀਆਂ ਗੱਲਾਂ ਸੁਣਦੀਆਂ ਨੇ, ਕਹਿੰਦੇ ਕੋਲ ਰੋਂਦੇ ਨੂੰ ਫਿਰ ਸੁਣਦੇ ਨਹੀਂ, ਆਖੋ ਸਤਨਾਮ, ਆਕੜਿਆ ਪਿਆ ਹੁੰਦਾ ਹੈ। ਆਕੜਨਾ ਮੁਰਦੇ ਦੀ ਪਛਾਣ ਹੈ, ਜਿਉਂਦੇ ਦੀ ਪਹਿਚਾਣ ਨਿਰਮਾਣਤਾ ਹੈ। ਜਿਸ ਰੁੱਖ ਦੇ ਵਿੱਚ ਜਾਨ ਹੋਏਗੀ ਉਹ ਸਦਾ ਹਨੇਰੀ ਨਾਲ ਝੁੱਲੇਗਾ, ਹਿੱਲੇਗਾ, ਤੇ ਜਦ ਕੋਈ ਰੁੱਖ ਮੁਰਦਾ ਹੋ ਜੇ ਆਕੜ ਕੇ ਖੜਾ ਹੋ ਜਾਂਦਾ, ਫਿਰ ਹਨੇਰੀਆਂ ਪੱਟ ਕੇ ਲੈ ਜਾਂਦੀਆਂ ਨੇ। ਗੁਰੂ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਹਉਮੈ ਦੀ ਆਕੜ ਸਾਰੀ ਜ਼ਿੰਦਗੀ ਰਹਿੰਦੀ ਹੈ। ਮਨੁੱਖ ਕਦੇ ਨੀਵਾਂ ਹੋ ਨਹੀਂ ਸਕਦਾ, ਇਹ ਆਪਣੇ ਤੇ ਬੇਗਾਨੇ ਵਿੱਚ ਫਰਕ ਰੱਖਦਾ ਏ। ਚੌਪਈ ਸੁਣ ਤਨ ਮਾਨ ਵਿਸਾਰਿਓ ਰਾਈ, ਸ਼੍ਰੀ ਗੁਰੂ ਸੋ ਪੁਨ ਗਿਰਾ ਲਾਈ। ਸਤਿਗੁਰਾਂ ਦੇ ਬਚਨ ਰਾਏ ਬੁਲਾਰ ਜੀ ਦੇ ਸਮਝ ਆ ਗਏ, ਆਖਣ ਲੱਗੇ ਪਾਤਸ਼ਾਹ ਅੱਜ ਤੋਂ ਮੈਂ ਆਪਣੀ ਦੇਹ ਦਾ ਮਾਣ ਛੱਡਿਆ, ਦੇਹ ਹੰਗਤਾ ਛੱਡਤੀ। ਆਪਾਂ ਛੱਡ ਸਕਦੇ ਹਾਂ? ਕਦੇ ਨਹੀਂ। ਅਸੀਂ ਲੱਖ ਧਰਮੀ ਹੋ ਜਾਈਏ, ਲੱਖ ਗੁਰੂ ਘਰ ਆਈਏ, ਪਰ ਫਿਰ ਵੀ ਕਿਤੇ ਨਾ ਕਿਤੇ ਹੁੰਦਾ ਮੈਂ ਸੇਵਾ ਕੀਤੀ, ਮੈਂ ਪਾਠ ਕੀਤਾ। ਚੱਲ ਬਾਹਰ ਦੀਆਂ ਤੇ ਗੱਲਾਂ ਛੱਡੋ, ਤੇ ਸਾਡੀਆਂ ਮੁੱਕਣੀ ਹੀ ਨਹੀਂ ਫੁਕਰੀਆਂ ਕਦੇ। ਇੱਥੇ ਤੇ ਕਿਸੇ ਨੇ ਸੂਟ ਪਾਇਆ ਹੋਵੇ, ਉਹਨੇ ਵੀ ਦੱਸਣਾ ਹੁੰਦਾ ਮੈਂ ਇੰਨੀ ਸਿਲਾਈ ਦਿੱਤੀ ਹੈ ਤੇ ਫਲਾਣੀ ਥਾਂ ਤੋਂ ਇੰਨਾ ਮਹਿੰਗਾ ਬਣਾਇਆ ਹੈ। ਇੱਕ ਮਿੱਟੀ ਉੱਤੇ ਪਾਏ ਪਰਦੇ ਦਾ ਵੀ ਅਸੀਂ ਰੌਲਾ ਪਾਉਂਦੇ ਫਿਰਦੇ ਹਾਂ, ਹੰਕਾਰ ਕਰਦੇ ਫਿਰਦੇ। ਮੈਂ ਗੱਡੀ ਲਈ ਹੈ, ਫਲਾਣੇ ਬ੍ਰਾਂਡ ਦੀ ਲਈ ਹੈ, ਫਲਾਣੇ ਤੋਂ ਇੰਨੀ ਮਿਲਦੀ, ਮੈਨੂੰ ਇੰਨੀ ਮਹਿੰਗੀ ਲੈਣੀ ਪੈ ਗਈ, ਪਰ ਮੈਂ ਜਿਗਰਾ ਕੱਢ ਲਿਆ। ਕਿੱਥੇ ਤੁਰਿਆ ਫਿਰਦਾ ਹੈ? ਸਤਿਗੁਰ ਕਹਿੰਦੇ ਆਹ ਸਰੀਰ ਜਿਹਦੇ ਕਰਕੇ ਇੰਨਾ ਕੁਝ ਕਰਦਾ, ਇਹ ਨਹੀਂ ਤੇਰੇ ਕੋਲ ਰਹਿਣਾ, ਤੇ ਜੇ ਰਹਿਣਾ ਨਹੀਂ ਇਹਨੂੰ ਮਿੱਟੀ 'ਚ ਰੋਲ ਦਈਏ। ਜੇ ਇਹ ਸਰੀਰ ਕਿਸੇ ਕੰਮ ਦਾ ਨਹੀਂ ਤੇ ਫਿਰ ਆਪਣਾ ਬੈਂਕ ਲੋਕਾਂ ਨੂੰ ਲੁਟਾ ਦਈਏ? ਨਹੀਂ। ਮਹਾਰਾਜ ਕਹਿੰਦੇ ਮਾਣ ਨਾ ਕਰੇ ਦਾ, ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ। ਅਜੇ ਘੜੇ ਦੀ ਬੁਨਿਆਦ ਹੈ ਵੀ ਜੇ ਬਚਾ ਕੇ ਰੱਖ ਲਾਂਗੇ ਸਦੀਆਂ ਤੱਕ ਪਏ ਰਹਿੰਦੇ ਆ। ਬੜੇ ਭਾਂਡੇ ਇਹੋ ਜਿਹੇ ਆ ਜੀ, ਅਜੇ ਵੀ ਪਾਂਡਵਾਂ ਦੇ ਬਰਤਨ ਕਈ ਥਾਵਾਂ ਤੇ ਪਏ ਆ, ਸਦੀਆਂ ਲੰਘ ਗਈਆਂ। ਸਰੀਰ ਦੱਸੋ ਕਿਹਦਾ ਰਿਹਾ ਹੈ? ਇਹ ਤੇ ਕੱਚੇ ਭਾਂਡੇ ਤੋਂ ਵੀ ਮਾੜਾ ਏ, ਨਿੱਤ ਖੁਰਦਾ ਏ। ਨਹਾ ਨਹਾ ਕੇ ਸਰੀਰ ਖੁਰਦਾ ਜਾ ਰਿਹਾ ਹੈ, ਚਮੜੀ ਘਸਦੀ ਜਾ ਰਹੀ ਹੈ, ਬਜ਼ੁਰਗ ਹੋ ਰਿਹਾ ਹੈ, ਖੁਰ ਰਿਹਾ ਸਰੀਰ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਏ ਬੁਲਾਰ ਸਾਹਿਬ ਅਜੇ ਵੀ ਵੇਖ ਲਓ, ਕਹਿੰਦੇ ਨਹੀਂ ਮਹਾਰਾਜ ਅੱਜ ਤੋਂ ਮੈਂ ਦੇਹ ਦੀ ਹੰਗਤਾ ਛੱਡੀ, ਹਉਮੈ ਛੱਡੀ। ਇਸੇ ਕਰਕੇ ਬੰਦਗੀ ਵਾਲੇ ਕੁਰਬਾਨੀ ਵੀ ਦੇ ਦਿੰਦੇ, ਬੰਦ ਵੀ ਕਟਾਉਂਦੇ, ਕਹਿੰਦੇ ਮੇਰਾ ਹੈ ਹੀ ਨਹੀਂ, ਮੈਂ ਇਹਦੇ ਪਿੱਛੇ ਕਿਉਂ ਮਰਦਾ ਫਿਰਾਂ, ਲੜਦਾ ਫਿਰਾਂ। ਫਿਰ ਹੁਣ ਰਾਏ ਜੀ ਦੇ ਮਨ 'ਚ ਖਿਆਲ ਆਇਆ ਵੀ ਜਦੋਂ ਮੈਂ ਸਰੀਰ ਨਹੀਂ ਆ ਫਿਰ ਮੈਂ ਕੌਣ ਆ? ਅੱਜ ਤੱਕ ਹੀ ਆਪਾਂ ਦੂਜੇ ਬਾਰੇ ਜਾਣਦੇ ਹਾਂ, ਤੂੰ ਕੌਣ ਆ ਮੈਨੂੰ ਪਤਾ ਹੈ, ਤੂੰ ਕੀ ਕਰਦਾ ਮੈਨੂੰ ਪਤਾ ਹੈ, ਤੂੰ ਕਿਹਦੇ ਕੋਲ ਜਾਂਦਾ ਮੈਨੂੰ ਪਤਾ ਹੈ। ਆਪਣੇ ਆਪ ਦਾ ਪਤਾ ਮੈਂ ਕੀ ਕਰਦਾ, ਮੈਂ ਕਿੱਥੋਂ ਆਇਆ, ਮਰ ਕੇ ਮੈਂ ਕਿੱਥੇ ਜਾਣਾ ਹੈ, ਕੋਈ ਜਾਣਦਾ ਇਹ ਗੱਲ? ਨਹੀਂ, ਕਿਸੇ ਨੂੰ ਵੀ ਨਹੀਂ ਪਤਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਅੰਦਰ ਦੀ ਹਉਮੈ ਰਾਏ ਬੁਲਾਰ ਸਾਹਿਬ ਨੇ ਛੱਡ ਦਿੱਤੀ ਹੈ। ਦੋਨੇ ਹੱਥ ਜੋੜੇ ਪੁੱਛਣ ਲੱਗੇ ਬਾਬਾ ਜੀ ਆਪ ਜੀ ਦੀ ਕਿਰਪਾ ਸਦਕਾ ਇਸ ਬੁਢਾਪੇ ਦੀ ਉਮਰ ਵਿੱਚ ਹਉਮੈ ਦਾ ਤਿਆਗ ਹੋਇਆ ਏ। ਤਨ ਮੈਂ ਨਹੀਂ ਬਤਾਈ ਸੱਚੀ, ਇੰਦਰੀਆ ਮੈਂ ਹੰਤ ਰੁਚ ਰਾਚੀ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਦੋ ਗੱਲਾਂ ਅਲੱਗ-ਅਲੱਗ ਦਸੀਆਂ, ਕਹਿੰਦੇ ਹੰਕਾਰ ਹੋਰ ਚੀਜ਼ ਆ ਤੇ ਹਉਮੈ ਹੋਰ ਚੀਜ਼ ਹੈ। ਹੰਕਾਰ ਕਰਕੇ ਬੰਦਾ ਜੰਮਦਾ ਮਰਦਾ ਨਹੀਂ ਹੈ, ਇਹ ਭੁਲੇਖਾ ਹੈ। ਮਰਦਾ ਤੇ ਜੰਮਦਾ ਹਉਮੈ ਕਰਕੇ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਬੂਆ। ਹਉਮੈ ਹੰਕਾਰ ਤੇ ਇਹ ਹੈ ਨਾ, ਉਹ ਸਭ ਕੁਝ ਮੇਰਾ, ਇਹ ਹੰਕਾਰ ਹੈ। ਪਰ ਮੈਂ ਜਿੱਥੇ ਖੜਿਆ ਮੇਰੀ ਮਰਜ਼ੀ ਮੈਨੂੰ ਕੋਈ ਮਨਾ ਕੇ ਵਿਖਾਵੇ, ਮੈਂ ਜੋ ਮਰਜ਼ੀ ਕਰਾਂ, ਇਹ ਹਉਮੈ ਹੈ। ਹਉਮੈ ਵੀ ਕਈ ਤਰ੍ਹਾਂ ਦੀ ਹੈ।
ਰਜੋ ਗੁਣ ਵਿੱਚ ਵੀ ਹੈ, ਤਮੋ ਗੁਣ ਵਿੱਚ ਵੀ ਹੈ, ਸਤੋ ਗੁਣ ਵਿੱਚ ਵੀ। ਮੈਂ ਇਸ ਚੈਪਟਰ ਨੂੰ ਔਖਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਬੜਾ ਈਜ਼ੀ ਟੂ ਵੇ, ਤਾਂ ਜੋ ਤੁਹਾਨੂੰ ਸਮਝ ਆ ਜੇ। ਕਿਉਂਕਿ ਆਪਾਂ ਤੇ ਆਨੰਦ ਲੈਣ ਵਾਸਤੇ ਬੈਠੇ ਆ, ਰਸ ਮੰਨਣ ਵਾਸਤੇ ਬੈਠੇ, ਕਨਫਿਊਜ਼ ਥੋੜੀ ਹੋਣਾ ਹੈ। ਕਨਫਿਊਜ਼ ਹੋਣ ਵਾਸਤੇ ਇੰਟਰਨੈਟ ਬੜਾ ਔਖੀ ਤੇ ਔਖੀ ਚੀਜ਼ਾਂ ਲੱਭੀ ਜਾਓ, ਸੁਣੀ ਚਲੋ, ਹੈਰਾਨ ਆ ਬੰਦਾ ਸੁਣ ਕੇ, ਕਹਿੰਦਾ ਛੱਡ ਯਾਰ ਬੜਾ ਔਖਾ ਕੰਮ ਹੈ, ਅਸੀਂ ਕੀ ਲੈਣਾ ਹੈ। ਹੁਣ ਗੁਰੂ ਸਾਹਿਬ ਪੁੱਛਦੇ, ਕਹਿੰਦੇ ਚਲੋ ਤੁਸੀਂ ਸਰੀਰ ਨਹੀਂ, ਰਾਏ ਬੁਲਾਰ ਸਾਹਿਬ ਹੁਣ ਫਿਰ ਕਿੱਥੇ ਖੜੇ ਹੋ? ਇੱਕ ਸਟੈਪ ਹੇਠਾਂ ਆ ਗਏ ਹੋ, ਕਿੱਥੇ ਹੋ? ਕਹਿੰਦੇ ਮਹਾਰਾਜ ਮੈਂ ਮੰਨਿਆ ਮੈਂ ਸਰੀਰ ਨਹੀਂ ਆ, ਪਰ ਮੈਂ ਮੰਨਦਾ ਵੀ ਮੈਂ ਇੰਦਰੇ ਆ। ਇੰਦਰੇ 5 ਗਿਆਨ ਇੰਦਰੇ ਹੋ ਗਏ, 5 ਕਰਮ ਇੰਦਰੇ ਹੋ ਗਏ। ਮਹਾਰਾਜ ਜੇ ਮੈਂ ਸਰੀਰ ਨਹੀਂ, ਫਿਰ ਮੈਂ ਸੋਚਦਾ ਵੀ ਸ਼ਾਇਦ ਮੇਰਾ ਵਾਸਾ ਇੰਦਰੀਆਂ ਦੇ ਵਿੱਚ ਹੈ, ਉਹ ਮੇਰਾ ਰੂਪ ਹਨ। ਜਾਂ ਤੇ ਮੈਂ ਦੇਖੂੰ, ਮੈਂ ਸੁਣੇ ਹੋ, ਮੈਂ ਚੱਲੇ ਹੋ, ਮੈਂ ਗਏ ਹੋ ਬਖਨ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਸਾਹਿਬ ਤੁਸੀਂ ਇੰਦਰੇ ਕਿਵੇਂ ਹੋਏ, ਔਰਗਨ ਕਿਵੇਂ ਬਣ ਗਏ ਹੋ? ਆਖਣ ਲੱਗਿਆ ਮਹਾਰਾਜ ਸੁਭਾਵਕ ਹਰ ਬੰਦਾ ਬੋਲਦਾ ਤੇ ਮੈਂ ਵੀ ਬੋਲਦਾ, ਮੈਂ ਵੇਖਿਆ ਅੱਖਾਂ ਨੇ, ਮੈਂ ਸੁਣਿਆ ਕੰਨਾਂ ਨੇ, ਮੈਂ ਬੋਲਿਆ ਜ਼ੁਬਾਨ ਨੇ, ਮੈਂ ਚੱਲਿਆ ਕਦਮਾਂ ਨੇ, ਮੈਂ ਫੜਿਆ ਹੱਥਾਂ ਨੇ। ਹੈ ਤੇ ਮੈਂ ਹੀ ਆ ਨਾ। ਕੋਈ ਬੰਦਾ ਭੱਜਿਆ ਜਾਂਦਾ ਹੈ, 4 ਬੰਦੇ ਫੜਨ ਵਾਸਤੇ ਚੱਲੇ, ਮੰਨ ਲਓ ਮੈਂ ਫੜ ਲਿਆ, ਮੈਂ ਕੀ ਕਿਹਾ? ਮੈਂ ਫੜਿਆ। ਮੈਂ ਯਾਰ ਮੈਂ ਵੇਖਿਆ ਚੋਰ ਭੱਜਦਾ ਪਹਿਲਾਂ, ਮੈਂ ਸਮਝਣ ਵਾਸਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਣ ਲੱਗੇ, ਕਹਿੰਦੇ ਮਹਾਰਾਜ ਮੈਂ ਤੁਰਿਆ, ਮੈਂ ਭੱਜਿਆ, ਮੈਂ ਦੌੜਿਆ, ਮੈਂ ਵੇਖਿਆ, ਮੈਂ ਸੁਣਿਆ, ਮੈਂ ਬੋਲਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ। ਇਹਦਾ ਮਤਲਬ ਫਿਰ ਮੈਂ ਤੇ ਇੱਥੇ ਬੈਠੀ ਆ ਨਾ, ਮੈਂ ਵੇਖਣ ਵਾਲਾ ਹਾਂ। ਵੇਖ ਤੇ ਮੈਂ ਰਿਹਾ, ਸੁਣ ਵੀ ਮੈਂ ਰਿਹਾ, ਤੇ ਦੂਜਾ ਤੀਜਾ ਤੇ ਸੁਣ ਨਹੀਂ ਰਿਹਾ ਨਾ, ਅੰਦਰ ਕਹਿੰਦਾ ਮੈਂ ਸੁਣਦਾ। ਕਹਿੰਦੇ ਮਹਾਰਾਜ ਜੇ ਮੈਂ ਸਰੀਰ ਨਹੀਂ, ਫੇਰ ਮੈਂ ਇੰਦਰੀਆਂ ਦਾ ਰੂਪ ਹਾਂ। ਮੈਂ ਸੂੰਘੋ, ਮੈਂ ਕਰੂੰ ਸਪਰਸਾ, ਲਿਓ ਸਾਧ ਅਸਿਹੰਤ ਤਰੰਸਾ। ਮੇਰੀ ਹਉਮੈ ਕਹਿੰਦੀ ਹੈ ਮੈਂ ਸੁੰਘਿਆ, ਮੈਂ ਖਾਧਾ, ਮੈਂ ਚਖਿਆ, ਮੈਨੂੰ ਸਵਾਦ ਆਇਆ, ਮੈਂ ਸਪਰਸ਼ ਕੀਤਾ। ਮੇਰੀ ਸਕਿਨ, ਮੇਰੀ ਚਮੜੀ, ਮੈਂ ਆ। ਇਹ ਗਿਆਨ ਤੇ ਕਰਮ ਇੰਦਰੇ ਆ, ਪਰ ਇਹਨਾਂ ਪਿੱਛੇ ਮੈਂ ਬੈਠੀ ਹੈ। ਮੈਂ ਹਾਰਿਆ ਨਹੀਂ, ਮੈਂ ਜਿੱਤਿਆ, ਮੈਂ ਟੁੱਟਿਆ ਨਹੀਂ, ਮੇਰੀ ਆਸ ਅਜੇ ਵੀ ਬਰਕਰਾਰ ਹੈ, ਅਜੇ ਵੀ ਬਰਕਰਾਰ ਹੈ। ਇਹ ਮੈਂ ਦਾ ਪ੍ਰਯੋਜਨ ਹੈ। ਗੁਰੂ ਸਾਹਿਬ ਦੇ ਸਨਮੁਖ ਐਡਾ ਵੱਡਾ ਸਵਾਲ ਰੱਖਤਾ, ਕਹਿੰਦੇ ਮਹਾਰਾਜ ਫਿਰ ਇਹ ਮੈਂ ਕੌਣ ਆ? ਮਹਾਰਾਜ ਨੇ ਇਹ ਤੇ ਪੁੱਛਿਆ ਨਾ ਵੀ ਤੂੰ ਕੌਣ ਹੈ? ਮੈਂ ਕਿਹਾ ਜੀ ਮੈਂ ਆ। ਹੁਣ ਪਹਿਲਾ ਤੇ ਚੈਪਟਰ ਖਤਮ ਹੋ ਗਿਆ ਨਾ, ਮੈਂ ਕਹਾਂ ਮੈਂ ਰਜਿੰਦਰ ਸਿੰਘ ਆ ਮੇਰਾ ਸਰੀਰ, ਉਹ ਤੇ ਕਹਿੰਦੇ ਹੈ ਹੀ ਨਹੀਂ ਤੂੰ। ਨਾਮ ਤੈਨੂੰ ਤੇਰੇ ਪਰਿਵਾਰ ਨੇ ਦਿੱਤਾ, ਧੁਰ ਦਰਗਾਹ ਤੋਂ ਥੋੜਾ ਲੈ ਕੇ ਆਇਆ। ਨਾਮ ਤੇ ਚੇਂਜ ਹੋ ਜਾਂਦੇ ਆ 5 ਸਾਲਾਂ ਬਾਅਦ, 2 ਸਾਲਾਂ ਬਾਅਦ, ਜਦੋਂ ਮਰਜ਼ੀ ਆਪਣਾ ਨਾਮ ਬਦਲ ਲਓ, ਲੋਕ ਬਦਲਦੇ ਆ। ਇੱਥੇ ਲੜਕੀਆਂ ਵਿਆਹ ਤੋਂ ਬਾਅਦ ਨਾਮ ਚੇਂਜ ਕਰ ਲੈਂਦੀਆਂ ਨੇ, ਸੇਮ ਵੀ ਹੋ ਜਾਂਦਾ ਕਈ ਵਾਰ, ਗੋਤ ਬਦਲੇ ਜਾਂਦੇ ਆ, ਜਾਤਾਂ ਬਦਲੀਆਂ ਜਾਂਦੀਆਂ ਨੇ, ਕੀ ਨਹੀਂ ਹੁੰਦਾ। ਫਿਰ ਨਾਮ ਦਾ ਤੇ ਅਸੀਂ ਹੰਕਾਰ ਚੱਕੀ ਫਿਰਦੇ। ਇਹ ਵੀ ਬਗਾਨਾ ਸੀ, ਸਰੀਰ ਵੀ ਬੇਗਾਨਾ ਸੀ, ਕਿਉਂਕਿ ਜੇ ਮੈਂ ਹੁੰਦਾ, ਮੇਰਾ ਰੂਪ ਹੁੰਦਾ, ਇਹ ਮਰਦਾ ਹੀ ਨਾ ਕਦੇ, ਇਹ ਮਿੱਟੀ ਹੁੰਦਾ ਹੀ ਨਾ। ਮਰਦ ਕਹਿੰਦੇ 5 ਤੱਤ ਨੇ, ਮਿੱਟੀ, ਪਾਣੀ, ਹਵਾ, ਆਕਾਸ਼। ਨਾ ਤੂੰ ਮਿੱਟੀ ਹੈ, ਨਾ ਤੂੰ ਪਾਣੀ ਹੈ, ਨਾ ਤੂੰ ਹਵਾ ਹੈ, ਨਾ ਤੂੰ ਆਕਾਸ਼ ਹੈ। ਜੇ ਮੈਂ ਹਵਾ ਹੁੰਦਾ, ਮੈਨੂੰ ਏਸੀ ਲਾਉਣ ਦੀ ਲੋੜ ਕੀ ਸੀ? ਸਮਝੋ, ਜੇ ਮੈਂ ਪਾਣੀ ਆ, ਮੈਂ ਪਾਣੀ ਆ, ਮੈਨੂੰ ਨਹਾਉਣ ਦੀ ਲੋੜ ਹੈ? ਜੇ ਮੈਂ ਆਕਾਸ਼ ਹਾਂ, ਮੈਨੂੰ ਪਲੇਨ ਵਿੱਚ ਰਾਕਟ 'ਚ ਬਹਿਣ ਦੀ ਲੋੜ ਹੈ? ਮੈਂ ਤੇ ਇਦਾਂ ਹੀ ਉੱਡ ਜਾਂਦਾ ਹਨੂਮਾਨ ਵਾਂਗੂ। ਨਹੀਂ ਨਾ ਸੀ। ਜੇ ਮੈਂ ਮਿੱਟੀ ਹਾਂ, ਤੇ ਮੈਨੂੰ ਮਿੱਟੀ ਤੋਂ ਅਲਰਜੀ ਕਿਉਂ ਹੈ? ਮਿੱਟੀ ਤੋਂ ਨਫ਼ਰਤ ਕਿਉਂ ਹੈ? ਗੁਰੂ ਸਾਹਿਬ ਇਹੀ ਤੇ ਦੱਸ ਰਹੇ ਆ ਸਾਰਾ ਕੁਛ। ਵੀ ਬੰਦਾ ਕਹਿੰਦਾ ਮੈਂ ਆ, ਮੈਂ ਉਹ ਆ, ਕਹਿੰਦੇ ਹੈ ਤੇ ਤੂੰ ਕੁਛ ਵੀ ਨਹੀਂ, ਤੇਰੀ ਤੇ ਔਕਾਤ ਹੀ ਕੋਈ ਨਹੀਂ। ਜਗਤ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆਖਣ ਲੱਗੇ, ਰਾਏ ਬੁਲਾਰ ਸਾਹਿਬ ਇਹ ਬੜੀਆਂ ਗਹਿਰੀਆਂ ਗੱਲਾਂ ਨੇ, ਪਰ ਬੜੇ ਸੌਖੇ ਤਰੀਕੇ ਨਾਲ ਆਪ ਜੀ ਸੁਣ ਰਹੇ ਹੋ, ਇਸ ਕਰਕੇ ਮੈਨੂੰ ਲੱਗਦਾ ਔਖੀਆਂ ਨਹੀਂ ਲੱਗਦੀਆਂ ਹੋਣਗੀਆਂ। ਤੇ ਜਿਹਨੂੰ ਸਮਝ ਆ ਗਈ ਉਹਨੂੰ ਆਨੰਦ ਬਹੁਤ ਆਉਣਾ ਹੈ। ਜਿਹੜਾ ਮੇਰੇ ਵਰਗਾ ਵਿਚਾਰਾ ਟਾਈਮ ਪਾਸ ਵਾਲਾ, ਉਹਨੂੰ ਔਖਾ ਬੜਾ ਲੱਗਦਾ, ਉਹਦੀ ਅੱਖਾਂ ਜੀਆਂ ਕੱਢਦਾ ਵੀ ਅੱਗੇ ਚੱਲ, ਅੱਗੇ ਬੋਲ ਕੁਛ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸੁਣਿਆ ਨਾ, ਕਹਿੰਦੇ ਰਾਏ ਬੁਲਾਰ ਸਾਹਿਬ ਕੁਝ ਹੋਰ। ਕਹਿੰਦੇ ਮਹਾਰਾਜ ਇਹ ਸਰੀਰ ਤੇ ਮੇਰਾ ਨਹੀਂ, ਪਰ ਇੰਦਰੇ ਤੇ ਮੈਂ ਆ ਨਾ। ਦੱਸੋਗੇ
ਦਸਾਂ ਦਾ ਵਜੂਦ ਮੇਰਾ ਵਜੂਦ ਹੈ। ਤਾਂ ਤੇ ਤਨ ਤੇ ਅਨਰਖੀ ਕਾ ਸੋ ਸਰੂਪ ਮੈਂ ਮਾਨਿਓ ਨੀਕਾ। ਮਰਦ ਕਹਿੰਦੇ ਤੁਸੀਂ ਇਹ ਆਪਣਾ ਰੂਪ ਕਿਵੇਂ ਬਣਾ ਲਿਆ? ਕਹਿੰਦੇ ਮਹਾਰਾਜ ਜਦੋਂ ਮੈਂ ਕਿਹਾ ਵੀ ਮੈਂ ਵੇਖਿਆ, ਸਿਰਫ ਮੈਂ ਵੇਖਿਆ, ਤੇ ਮੈਂ ਵੇਖਿਆ ਮੈਂ ਗਵਾਹੀ ਵੀ ਦਿੱਤੀ ਹੈ ਵੀ ਮੈਂ ਇਸ ਬੰਦੇ ਨੂੰ ਮਾੜਾ ਕੰਮ ਕਰਦੇ ਵੇਖਿਆ, ਮੈਂ ਆਈ ਵਿਟਨੈਸ ਹਾਂ, ਮੇਰੀ ਗਵਾਹੀ ਹੈ, ਤੇ ਫਿਰ ਤੇ ਮੈਂ ਦੇਖਿਆ ਨਾ। ਕਹਿੰਦੇ ਮਹਾਰਾਜ ਇਸ ਕਰਕੇ ਮੈਂ ਮੰਨਿਆ ਵੀ ਇਹ ਮੇਰਾ ਸਰੂਪ ਹੈ, ਮੇਰਾ ਨਿੱਜੀ ਰੂਪ ਹੈ, ਮੈਂ ਇਹੀ ਹਾਂ। ਗੁਰੂ ਸਾਹਿਬ ਹੱਸ ਕੇ ਕਹਿੰਦੇ ਰਾਏ ਬੁਲਾਰ ਸਾਹਿਬ ਅਜੇ ਵੀ ਤੁਸੀਂ ਟਿਕਾਣੇ ਤੇ ਨਹੀਂ ਆਏ, ਅਜੇ ਤੇ ਸਿਰਫ ਤਨ ਦੀ ਹਉਮੈ ਛੱਡੀ ਹੈ ਨਾ। ਦੇਖੋ ਕਿੰਨੀ ਤਰ੍ਹਾਂ ਦੀਆਂ ਚੀਜ਼ਾਂ ਨੇ, ਇਹ ਗੁਰਬਾਣੀ ਪੜ੍ਹ ਕੇ ਸਮਝ ਆਉਂਦੀ ਹੈ। ਅਸੀਂ ਤੇ ਇੱਕ ਹਉਮੈ ਵੀ ਮੈਂ ਭਾਈ ਸਾਹਿਬ ਅੱਜ ਤੋਂ ਬਾਅਦ ਮੇਰਾ ਮੇਰਾ ਕਹਿਣਾ ਛੱਡਤਾ, ਪਰ ਅੰਦਰ ਤੇ ਫੇਰ ਕਹਿੰਦਾ ਹਾਏ ਮੇਰਾ ਪੋਤਾ ਕਿੱਥੇ ਹੈ। ਇੰਨੀ ਮਾਇਆ ਇਕੱਠੀ ਕਰਕੇ ਪੋਤੇ ਨੂੰ ਪੱਕਾ ਕਰਾ ਦਾਂ, ਆਹ ਦੇ ਦਾ ਆਹ ਦੇ ਦਾ, ਵੀ ਅਜੇ ਪੁੱਤ ਦੇ ਚਾਅ ਲਾ ਕੇ ਰੱਜਿਆ ਨਹੀਂ, ਅਜੇ ਪੋਤਿਆਂ ਦੇ ਚਾਅ ਆ, ਪੜਪੋਤਿਆਂ ਦੇ ਚਾਅ ਨੇ। ਜੇ ਤੂੰ ਪੁੱਤਾਂ ਤੋਂ ਨਹੀਂ ਰੱਜਿਆ ਤੇ ਰੱਜਣਾ ਮਨਾ ਪੋਤਿਆਂ ਤੋਂ ਵੀ ਨਹੀਂ। ਆਖੋ ਸਤਨਾਮ। ਇੱਕ ਤਮਾ ਹੈ ਨਾ, ਇਹ ਇੱਕ ਹਉਮੈ ਆ ਨਾ। ਇਹ ਗੁਰੂ ਸਾਹਿਬ ਉਸੇ ਹਉਮੈ ਦਾ ਜ਼ਿਕਰ ਕਰਦੇ ਆ। ਕਹਿੰਦੇ ਰਾਏ ਬੁਲਾਰ ਸਾਹਿਬ ਤਨ ਦੀ ਹਉਮੈ ਛੱਡਤੀ, ਅਜੇ ਵੀ ਇੱਕ ਹਉਮੈ ਚੱਕੀ ਫਿਰਦੇ ਹੋ। ਕਹਿੰਦੇ ਮੈਂ ਵੇਖਿਆ, ਮੈਂ ਸੁਣਿਆ, ਮੈਂ ਕੀਤਾ, ਮੈਂ ਕਰਾਇਆ, ਮੈਂ ਤੇ ਫੇਰ ਖੜੀ ਹੈ ਰੌਲਾ ਤੇ ਫਿਰ ਮੈਂ ਦਾ ਪੈ ਗਿਆ ਏ। ਓ ਰਾਜਨ ਤੂੰ ਇੰਦਰੀਆਂ ਨਾਹੀ ਸੁਣੇ ਜੁਗਤ ਜਾਂ ਪਰ ਸੁਤਰ ਨਾ ਮਾਹੀ। ਗੁਰੂ ਸਾਹਿਬ ਆਖਣ ਲੱਗੇ ਰਾਜਨ ਤੂੰ ਗਿਆਨ ਤੇ ਕਰਮ ਇੰਦਰੇ ਵੀ ਨਹੀਂ। ਮੈਂ ਵੇਖਿਆ, ਮੈਂ ਛੋਇਆ, ਮੈਂ ਚੁੱਕਿਆ, ਮੈਂ ਸੁੱਟਿਆ। ਮੈਂ ਕਹਿ ਰਹੀ ਹੈ ਨਾ ਅੰਦਰ ਦੀ ਮੈਂ ਈਗੋ। ਗੁਰੂ ਸਾਹਿਬ ਕਹਿੰਦੇ ਤੂੰ ਗਿਆਨ ਕਰਮ ਇੰਦਰੇ ਵੀ ਨਹੀਂ, ਇਹਨਾਂ ਤੋਂ ਵੀ ਵੱਖਰਾ ਏ। ਜਿਉ ਤਿਖਾਨ ਕੇ ਹੱਥ ਨ ਮਾਹੀ ਬਿਨਾ ਕਠਾਰੋਂ ਕ੍ਰਿਤ ਹੈ ਬਨਾਹੀ। ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਇੰਦਰੀਆਂ ਤੋਂ ਬਿਨਾਂ ਤੇ ਸਰਦਾ ਹੀ ਨਹੀਂ ਜੀ। ਹੁਣ ਮੇਰੇ ਹੱਥ 'ਚ ਗਲਾਸ ਫੜਿਆ, ਮੈਂ ਇਹ ਸਾਰੇ ਪ੍ਰਮਾਣ ਤਾਂ ਦੇ ਰਿਹਾ ਸਮਝਣ ਵਾਸਤੇ। ਉਹਦੇ 'ਚ ਪਾਣੀ ਠੰਡਾ ਜਾਂ ਗਰਮ ਹੈ, ਇਹ ਕਿਵੇਂ ਪਤਾ ਲੱਗਾ? ਪਹਿਲਾਂ ਤੇ ਅੱਖਾਂ ਨਹੀਂ ਦੱਸਦਾ, ਭਾਫ ਨਿਕਲਦੀ ਹੈ, ਚਾਹ ਗਰਮ ਹੈ, ਬਰਤਨ ਗਰਮ ਹੈ, ਦੱਸ ਰਿਹਾ ਹੈ। ਜੇ ਉਹ ਪਾਣੀ ਠੰਡਾ ਤੇ ਬਰਤਨ ਦਾ ਰੂਪ ਦੱਸਦਾ, ਇਹ ਅੱਖਾਂ ਦੱਸ ਰਹੀਆਂ ਨੇ। ਅੱਖਾਂ ਤੋਂ ਬਾਅਦ ਫਿਰ ਚਮੜੀ ਨੇ ਦੱਸਿਆ ਵੀ ਹਾਏ ਗਰਮ ਲੱਗਾ, ਠੰਡਾ ਲੱਗਾ, ਪਰ ਵੇਖਿਆ ਤੇ ਮੈਂ ਨਾ। ਗੁਰੂ ਸਾਹਿਬ ਕਹਿੰਦੇ ਇਹ ਤੇ ਇੱਦਾਂ ਏ, ਲੱਕੜਹਾਰਾ ਲੱਕੜਾਂ ਵੜਦਾ ਹੈ। ਲੱਕੜਹਾਰਾ ਕਿਹਨੂੰ ਕਹਿੰਦੇ? ਲੱਕੜਾਂ ਕੱਟਣ ਵਾਲੇ ਨੂੰ, ਤਰਖਾਣ ਕਹਿ ਲਓ। ਪਰ ਵੱਢਦਾ ਤਾਂ ਏ ਜੇ ਉਹਦੇ ਹੱਥ 'ਚ ਕੁਹਾੜਾ ਏ। ਲੱਕੜਹਾਰੇ ਨੂੰ ਰੁੱਖ ਤੇ ਚਾੜ ਦਿਓ ਤੇ ਕੁਹਾੜਾ ਲੋ ਖੋ, ਦਰਖਤ ਵੱਢ ਦੂ ਨਹੀਂ, ਗੱਲਾਂ ਮਾਰ ਕੇ ਥੱਲੇ ਆ ਜਾਊਗਾ। ਆਖੋ ਸਤਨਾਮ। ਅੱਜ ਨਹੀਂ ਫਿਰ ਕਰਾਂਗੇ। ਸਤਿਗੁਰ ਕਹਿੰਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਵਿੱਚ ਵਿਚਾਲੇ ਪੈਰਲਲ ਨੇ, ਇੱਕ ਕੁਹਾੜੇ ਵਾਂਗ। ਕੱਲਾ ਕੁਹਾੜਾ ਵੀ ਦਰਖਤ ਨਹੀਂ ਵੱਢ ਸਕਦਾ, ਵੱਢ ਦੂਗਾ ਕੱਲਾ ਕੁਹਾੜਾ, ਤੇ ਕੱਲਾ ਲੱਕੜਹਾਰਾ ਚਾੜ ਦੇ ਉਹ ਵੀ ਨਹੀਂ ਵੱਢ ਸਕਦਾ। ਜੇ ਵੱਢਣਗੇ ਇਕੱਠੇ ਹੋ ਕੇ। ਪਰ ਕਹਿੰਦੇ ਕੱਲਾ ਲੱਕੜਹਾਰਾ ਚੜ ਜੇ ਜਿੱਡਾ ਮਰਜ਼ੀ ਐਕਸਪੀਰੀਅੰਸ ਉਹਦਾ ਵੱਡਾ ਹੋਵੇ, ਪਰ ਆਪਣੇ ਔਜ਼ਾਰ ਆਪਣੀ ਮਸ਼ੀਨ ਤੋਂ ਬਿਨਾਂ ਉਹ ਉਹਨੂੰ ਰੂਪ ਨਹੀਂ ਦੇ ਸਕਦਾ, ਰੁੱਖ ਨੂੰ ਤੇ ਲੱਕੜ। ਸਤਿਗੁਰ ਕਹਿੰਦੇ ਆ ਜਿਹੜਾ ਗਿਆਨ ਇੰਦਰਾ ਤੇ ਕਰਮ ਇੰਦਰ ਹੈ, ਇਹ ਭਾਈ ਕੁਹਾੜੇ ਵਰਗੇ ਨੇ। ਕੁਹਾੜੇ ਦਾ ਕੰਮ ਹੈ ਕੱਟਣਾ, ਵੱਢਣਾ, ਛੇਦਣਾ। ਕੁਹਾੜੇ ਤੋਂ ਭਾਵ ਕਿ ਜੋ ਕੁਛ ਇਨ ਬਿਟਵੀਨ ਆ ਗਿਆ, ਕੋਈ ਉਹ ਆਰੀ ਹੈ ਜਾਂ ਗ੍ਰਾਈਂਡਰ ਹੈ, ਕੁਛ ਵੀ ਹੈ, ਮਤਲਬ ਇੱਕ ਪ੍ਰਮਾਣ ਆ ਗਿਆ ਵੀ ਕੱਟਣ ਵਾਲੀ ਚੀਜ਼ ਹੈ, ਉਹ ਜਿਹੜੀ ਮਰਜ਼ੀ ਹੋ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਗਿਆਨ ਇੰਦਰੇ ਕਰਮ ਇੰਦਰੇ ਵੱਖ-ਵੱਖ ਨੇ, ਪਰ ਇਹਨਾਂ ਦੇ ਪਿੱਛੇ ਮੈਂ ਕੋਈ ਖੜੀ ਹੈ। ਫੜਿਆ ਤਾਂ ਵੀ ਮੈਂ, ਵੇਖਿਆ ਤਾਂ ਵੀ ਮੈਂ, ਸੁਣਿਆ ਤਾਂ ਵੀ ਮੈਂ, ਜੇ ਬੋਲ ਕੇ ਕੁਝ ਕਿਹਾ ਤਾਂ ਵੀ ਮੈਂ। ਸਮਝ ਰਹੇ ਹੋ ਜੀ? ਸਿਰਫ ਮੈਂ ਖੜੀ ਆ ਪਿੱਛੇ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਆ, ਕਹਿੰਦੇ ਲੱਕੜਹਾਰੇ ਦੇ ਹੱਥ ਦਾ ਕੁਹਾੜਾ ਖੋ ਕੇ ਲੱਕੜਹਾਰਾ ਕਿਸੇ ਕੰਮ ਦਾ ਨਹੀਂ। ਤਿਉ ਸਾਧਨ ਹੈ ਇੰਦਰੀਆ ਬ੍ਰਿੰਦਾ ਇਨ ਤੇ ਆਤਮ ਪ੍ਰਭਕ ਆਨੰਦਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਸਪਸ਼ਟ ਕਰ ਦਿੱਤਾ, ਕਹਿੰਦੇ ਜਿਵੇਂ ਲੱਕੜਹਾਰੇ ਦੇ ਹੱਥ ਦਾ ਕੁਹਾੜਾ ਉਹਦਾ ਇੱਕ ਸਾਧਨ ਹੈ, ਰਸਤਾ ਇੱਕ ਸਫ਼ਰ ਹੈ, ਗੱਡੀ ਸਾਡਾ ਸਾਧਨ ਹੈ, ਇਸੇ ਕਰਕੇ ਵਹੀਕਲ ਕਹਿੰਦੇ ਆ, ਕਨਵੈਂਸ ਸਾਧਨ।
ਵੀ ਅਸੀਂ ਇਸ ਸਾਧਨ ਤੇ ਬੈਠੇ ਆ, ਉੱਥੇ ਛੇਤੀ ਪਹੁੰਚ ਗਏ ਆ, ਵਰਨਾ ਹੌਲੀ ਹੌਲੀ ਹੋਣਾ ਸੀ। ਸਾਧਨ ਹੈ। ਮਰਦ ਕਹਿੰਦੇ ਗਿਆਨ ਇੰਦਰੇ ਤੇ ਕਰਮ ਇੰਦਰੇ, ਰਾਏ ਬੁਲਾਰ ਤੇਰਾ ਰੂਪ ਨਹੀਂ, ਇਹ ਸਾਧਨ ਨੇ ਤੇਰੇ ਜ਼ਿੰਦਗੀ ਜਿਉਣ ਦੇ। ਇਹਨਾਂ ਪਿੱਛੇ ਬੈਠੀ ਹੈ ਆਤਮਾ, ਉਹ ਤੇਰਾ ਰੂਪ ਹੈ। ਹੁਣ ਜਿਹਨੂੰ ਅਸੀਂ ਵੇਖਿਆ ਨਹੀਂ, ਜਿਹਨੂੰ ਅਸੀਂ ਸੁਣਿਆ ਨਹੀਂ, ਜਿਹਦੇ ਬਾਰੇ ਪਤਾ ਹੀ ਕਿਸੇ ਨੂੰ ਨਹੀਂ, ਇੱਥੇ ਤੇ ਦੁਨੀਆ ਭੂਤਾਂ ਪ੍ਰੇਤਾਂ ਨੂੰ ਮੰਨਣ ਨੂੰ ਤਿਆਰ ਨਹੀਂ, ਤੇ ਆਤਮਾ ਨੂੰ ਕੌਣ ਮੰਨੂਗਾ? ਮਰਦ ਕਹਿੰਦੇ ਆਤਮਾ ਤੇਰਾ ਰੂਪ ਹੈ। ਭੂਤ ਪ੍ਰੇਤ ਜਿੰਨ ਬੈਤਾਲ, ਬਾਣੀ ਲਿਖ ਰਹੀ ਹੈ, ਕਹਿੰਦੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਇਹ ਭਟਕਦੀਆਂ ਰੂਹਾਂ ਨੇ, ਇਹ ਕਾਰਨ ਸਰੀਰ ਨੇ, ਸੂਖਸ਼ਮ ਸਰੀਰ ਨੇ, ਪਰ ਇਹ ਤੇਰਾ ਰੂਪ ਨਹੀਂ ਨੇ। ਇਹ ਤੇਰੇ ਹਮਜ਼ਾਤ ਹੋ ਸਕਦੇ ਆ, ਪਰ ਇਹ ਤੂੰ ਨਹੀਂ ਹੈ। ਤੇਰਾ ਤੇ ਰੂਪ ਆਤਮਾ ਹੈ। ਰਾਏ ਬੁਲਾਰ ਜੀ, ਇਹ ਮਨੁੱਖ ਦਾ ਸਰੂਪ ਨਹੀਂ ਹਨ। ਨਾਨਾ ਇੰਦਰੀਆ ਤਾਂ ਮਤ ਨਾਨਾ, ਕੈਸੀ ਨਿਜ ਸਰੂਪ ਅਨੁਮਾਨਾ। ਭਾਈ ਤੇਰਾ ਰੂਪ ਇੱਕ ਹੈ, ਤੂੰ ਇੱਕ ਤੋਂ ਬਣਿਆ ਹੈ। ਅੱਖ ਹੋਰ ਕੰਮ ਕਰਦੀ ਹੈ, ਕੰਨ ਹੋਰ ਕੰਮ ਕਰਦੇ ਆ, ਨੱਕ ਦਾ ਕੰਮ ਹੋਰ ਹੈ, ਹਰ ਅੰਗ ਦਾ ਵੱਖਰਾ ਵੱਖਰਾ ਕੰਮ ਹੈ। ਤੇ ਸਾਰੇ ਅੰਗ ਤੇ ਜੇ ਮੈਂ ਕਹਾਂ ਜੀ ਮੈਂ ਕੰਨ ਆ, ਤੇ ਕੰਨ ਹੋ ਸਕਦਾ, ਅਗਲਾ ਕਹਿੰਦੇ ਤੇਰੇ ਅੱਖਾਂ ਵੀ ਲੱਗੀਆਂ। ਮੈਂ ਨੱਕ ਆ, ਅਗਲਾ ਕਹਿੰਦਾ ਤੇਰੇ ਯਾਰ ਗਿੱਠ ਦੀ ਜ਼ੁਬਾਨ ਲੱਗੀ, ਬੰਦ ਤੇ ਹੁੰਦੀ ਨਹੀਂ। ਤੂੰ ਕਿਵੇਂ ਆ ਇਹ? ਗੁਰੂ ਸਾਹਿਬ ਕਹਿੰਦੇ ਐਨੇ ਰੂਪ ਹੋ ਕੇ ਇੱਕ ਰੂਪ ਤੇਰਾ ਕਿਵੇਂ ਹੋ ਗਿਆ? ਤੂੰ ਕਿਵੇਂ ਕਹਿ ਸਕਦਾ ਵੀ ਨੱਕ ਮੈਂ ਆ? ਇਹ ਕਿਹਾ ਸੀ, ਅਸੀਂ ਕਹਿੰਦੇ ਨੱਕ ਮੇਰਾ, ਕੰਨ ਮੈਂ ਆ ਕਹਿੰਦਾ ਕੋਈ, ਇਹ ਕਹਿੰਦਾ ਕੰਨ ਮੇਰੇ, ਮੈਂ ਜੋ ਮਰਜ਼ੀ ਪਾਵਾਂ। ਜੀਭ ਮੈਂ ਹਾਂ ਨਹੀਂ, ਜੀਭ ਮੇਰੀ ਹੈ, ਮੈਂ ਜਿਹਨੂੰ ਮਰਜ਼ੀ ਗਾਲਾਂ ਕੱਢਦਾ, ਮੈਂ ਜੋ ਮਰਜ਼ੀ ਬੋਲਾਂ, ਮੇਰਾ ਮੂੰਹ। ਕਹਿੰਦੇ ਆ ਨਾ ਅਸੀਂ ਸਿਰਫ ਕਹਿ ਰਹੇ ਆ, ਨਾ ਬੋਲਣ ਵਾਲਾ ਸਮਝਿਆ ਨਾ ਸੁਣਨ ਵਾਲਾ ਸਮਝਿਆ। ਗੁਰੂ ਨਾਨਕ ਸਾਹਿਬ ਜੀ ਇਹ ਬਹੁਤ ਗਹਿਰਾ ਦੱਸ ਰਹੇ ਆ, ਜਿਹੜੇ ਬਚਨ ਆ ਰਹੇ ਨੇ ਇਹ ਧੁਰ ਕੀ ਬਾਣੀ ਵਿੱਚ ਨੇ। ਇਸ ਲਈ ਮੈਂ ਕਹਿੰਦਾ ਹੁੰਦਾ ਬਾਣੀ ਪੜ੍ਹਿਆ ਕਰੋ, ਬਾਣੀ ਵਿਚਾਰਿਆ ਕਰੋ, ਸਿਮਰਨ ਵੀ ਕਰਿਆ ਕਰੋ, ਪਰ ਬਾਣੀ ਪੜ੍ਹਨੀ ਬੇਤਹਾਸ਼ਾ ਜ਼ਰੂਰੀ ਹੈ, ਸਮਝੀ ਤਾਂ ਆਉਣੀ ਹੈ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਰਾਏ ਬੁਲਾਰ ਜੀ ਨੂੰ ਅਜੇ ਵੀ ਸਮਝ ਨਾ ਆਈ, ਕਿਉਂਕਿ ਮਰਦ ਨੇ ਸਿਰਫ ਅੰਦਾਜ਼ਾ ਦਿੱਤਾ ਇਹ ਸਾਧਨ ਹੈ, ਤੂੰ ਨਹੀਂ ਹੈ, ਤੂੰ ਤੇ ਆਤਮਾ ਹੈ। ਪਰ ਹੁਣ ਆਤਮਾ ਕਿਵੇਂ ਮੰਨ ਲਈਏ? ਕੋਈ ਮੈਨੂੰ ਆਖੇ ਵੀ ਰਜਿੰਦਰ ਸਿੰਘ ਬਾਈ ਤੂੰ ਯਾਰ ਬੰਦਾ ਨਹੀਂ, ਤੂੰ ਤੇ ਆਤਮਾ ਹੈ, ਮੈਂ ਕਿਵੇਂ ਮੰਨਾਂ ਬਾਈ? ਨਾ ਮੈਂ ਆਤਮਾ ਵੇਖੀ, ਨਾ ਮੈਂ ਸੁਣੀ, ਨਾ ਸਪਰਸ਼ ਕੀਤੀ, ਉਹਦਾ ਰੂਪ ਰੰਗ ਹੀ ਕੋਈ ਨਹੀਂ। ਪਰ ਮੈਨੂੰ ਤੇ ਲੱਗਦਾ ਵੀ ਮੇਰਾ ਸਰੀਰ ਰਿਸ਼ਟ ਪੁਸ਼ਟ ਹੈ, ਤੰਦਰੁਸਤ ਹੈ, ਮੈਂ ਤੇ ਉੱਡਿਆ ਫਿਰਦਾ ਪਤੰਗ ਵਾਂਗ, ਮੈਂ ਤੇ ਆ ਇੱਕ ਭੁਲੇਖਾ ਨਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਬੁਲਾਰ ਜੀ ਸਰੀਰ ਤੂੰ ਨਹੀਂ, ਗਿਆਨ ਇੰਦਰੇ ਕਰਮ ਇੰਦਰੇ ਤੇਰਾ ਰੂਪ ਨਹੀਂ, ਆਤਮਾ ਤੇਰਾ ਸੱਚਾ ਰੂਪ ਹੈ। ਸਦਾ ਏਕ ਤੂੰ ਚੇਤਨ ਨੀਕਾ, ਜੇ ਬਿਨ ਜੜ ਹੋ ਬ੍ਰਿੰਦ ਰਖੀਕਾ। ਤੇਰੇ ਗਿਆਨ ਇੰਦਰੇ ਤੇਰੇ ਕਰਮ ਇੰਦਰੇ ਜਿਸ ਆਤਮਾ ਤੋਂ ਬਿਨਾ ਜੜ ਨੇ, ਜੜ ਭਾਵ ਪੱਥਰ ਨੇ, ਉਹ ਆਤਮਾ ਕੀ ਹੈ? ਉਹ ਹੈ ਚੇਤਨ। ਕੱਲ ਬੇਨਤੀ ਕੀਤੀ ਸੀ ਨਾ ਵੀ ਸਰੀਰ ਜੜ ਹੈ। ਜੜ ਕੀ ਹੁੰਦਾ? ਪੱਥਰ ਹੈ। ਆ ਜਿੰਨਾ ਸਮਾਨ ਇੱਥੇ ਪਿਆ ਹੈ ਇਹ ਸਾਰਾ ਜੜ ਹੈ। ਪੱਖਾ ਵੀ ਜੜ ਹੈ, ਇਲੈਕਟ੍ਰਿਸਿਟੀ ਬਿਜਲੀ ਉਹ ਚੇਤਨ ਹੈ। ਸਵਿਚ ਆਨ ਹੋਇਆ, ਉਹਨੇ ਆਪਣੀ ਪਰਫਾਰਮੈਂਸ ਸ਼ੁਰੂ ਕਰਤੀ। ਲਾਈਟ ਜੜ ਹੈ, ਜਦ ਉਹਦੇ ਵਿੱਚ ਬਿਜਲੀ ਆਈ ਉਹਨੇ ਰੋਸ਼ਨੀ ਕਰਨੀ ਸ਼ੁਰੂ ਕਰਤੀ। ਗੁਰੂ ਸਾਹਿਬ ਕਹਿੰਦੇ ਸਰੀਰ ਸਭ ਦਾ ਜੜ ਹੈ, ਸਭ ਦਾ ਮਿੱਟੀ ਹੈ। ਜੰਮਣ ਤੋਂ ਪਹਿਲਾਂ ਵੀ ਮਿੱਟੀ ਸੀ, ਜਦੋਂ ਹੈ ਉਦੋਂ ਵੀ ਮਿੱਟੀ ਹੈ, ਮਰਨ ਤੋਂ ਬਾਅਦ ਵੀ ਮਿੱਟੀ ਹੈ। ਪੋਸਟਮਾਰਟਮ ਇਸੇ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਜੇ ਇਹਦੇ 5 ਤੱਤ ਪੂਰੇ ਆ। ਇਹਨੇ ਕਿਸੇ ਦੇ ਇਹਦੇ ਮਾਰਿਆ ਵੀ ਹੈ, ਕੱਟ ਵੱਢ ਵੀ ਕੀਤੀ ਹੈ, ਸਾਹ ਵੀ ਘੁੱਟਿਆ, ਉਹ ਸਾਰਾ ਉਹਦੇ 'ਚ ਆ ਜਾਣਾ। ਕਿਉਂ? ਕਿਉਂਕਿ ਉਹਦੇ 'ਚ ਅੱਗ, ਪਾਣੀ, ਹਵਾ, ਆਕਾਸ਼, ਮਿਨਰਲ, ਜੋ ਵਿਟਾਮਿਨ ਸਭ ਕੁਝ ਪਿਆ ਹੈ ਜੀ। ਉਹ ਤੋਂ ਪਤਾ ਲੱਗ ਰਿਹਾ ਹੈ ਵੀ ਇੱਥੇ ਕਿਸ ਚੀਜ਼ ਦਾ ਨਿਸ਼ਾਨ ਹੈ। ਨਿਸ਼ਾਨ ਕਿਉਂ ਪੈਂਦੇ ਆ? ਸੇਬ ਕੱਟੋ, ਕੋਈ ਵੀ ਐਪਲ ਕੱਟ ਲਿਆ, ਕੱਟਣ ਤੋਂ 2 ਮਿੰਟਾਂ ਬਾਅਦ ਉਹਨੇ ਬਰਾਊਨ ਹੋਣਾ ਸ਼ੁਰੂ ਹੋ ਜਾਣਾ ਹੈ। ਕਿਉਂ ਹੋ ਰਿਹਾ ਹੈ? ਕਿਉਂ ਹੋ ਰਿਹਾ ਹੈ? ਆਕਸੀਜਨ ਦੇ ਸੰਪਰਕ ਕਰਕੇ, ਤੇ ਉਹਦੇ ਵਿੱਚ ਜਿਹੜਾ ਆਇਰਨ ਸੀ, ਲੋਹਾ ਸੀ, ਉਹਦੀ ਕਰਕੇ ਉਹਦੀ ਕੋਟਿੰਗ ਆ ਗਈ ਬਰਾਊਨਿਸ਼। ਉਹਨੂੰ ਬੰਦ ਕਰਕੇ ਰੱਖਣਾ ਪੈਂਦਾ ਵੀ ਇਹਨੇ ਭੂਰਾ ਜਿਹਾ ਹੋ ਜਾਣਾ ਹੈ। ਜਦ ਬੰਦਾ ਮਰਦਾ ਹੈ ਜਾਂ ਇਹਦੇ ਜਿਉਂਦੇ ਦੇ 6 ਵਜੇ ਨੀਲ ਪੈਂਦਾ ਹੈ, ਮਰਿਆਂ ਤੋਂ ਬਾਅਦ ਵੀ ਡੈੱਡ ਬਾਡੀ ਤੋਂ ਨਿਸ਼ਾਨ ਪਏ ਹੁੰਦੇ। ਜਦੋਂ ਪੋਸਟਮਾਰਟਮ ਕਰਕੇ ਚੀਰੇ ਦਿੱਤੇ ਜਾਂਦੇ ਆ ਨਾ, ਵੇਖਦੇ ਆ ਦੇ ਕਿੰਨੀਆਂ ਗਹਿਰੀਆਂ ਡੂੰਘੀਆਂ ਸੱਟਾਂ ਵੱਜੀਆਂ ਨੇ, ਕਿਉਂਕਿ 5 ਤੱਤ ਅਵੇਲੇਬਲ ਨੇ। ਉਹ ਜੜ ਸੀ, ਜਿਉਂਦਾ ਕਿਉਂ ਸੀ? ਉਹਦੇ 'ਚ ਆਤਮਾ ਸੀ, ਚੇਤਨ ਸੀ, ਚਲਾ ਰਹੀ ਸੀ ਉਹਨੂੰ। ਭੱਜਿਆ ਫਿਰਦਾ, ਉੱਡਦਾ ਫਿਰਦਾ, ਬੋਲਦਾ, ਲੜਦਾ, ਝਗੜਦਾ। ਜਿੱਦਣ ਉਹ ਨਿਕਲ ਗਈ, ਮਰਦ ਨੇ ਕਿਹਾ ਨਾ ਵੀ ਜਦੋਂ ਭੌਰ ਉੱਡ ਗਿਆ, ਉਡਾਰੀ ਮਾਰ ਗਿਆ, ਪਿੱਛੇ ਕੀ ਰਹਿ ਗਿਆ? ਮਿੱਟੀ ਰਹਿ ਗਈ ਹੈ। ਮਿੱਟੀ
ਉਹ ਅੱਜ ਵੀ ਮਿੱਟੀ ਹੈ। ਤੁਸੀਂ ਹੁਣ ਨਹਾ ਕੇ ਆਏ ਹੋ ਘਰ ਜਾ ਕੇ ਫੇਰ ਨਹਾ ਕੇ ਵੇਖਿਓ ਕੀ ਲੱਗੂਗਾ, ਮੈਲ। ਸਾਨੂੰ ਲੱਗਦਾ ਹੈ ਵੀ ਕਿਤੇ ਪਸੀਨੇ ਕਰਕੇ ਮੈਲ ਆਉਂਦੀ, ਨਹੀਂ, ਉਹ ਜਿਹਦਾ ਵਜੂਦ ਮਿੱਟੀ ਹੈ ਉਹ ਅੱਜ ਵੀ ਮਿੱਟੀ ਹੈ ਤੇ ਕੱਲ ਵੀ ਮਿੱਟੀ। ਆਖੋ ਸਤਨਾਮ। ਜਿੰਨਾ ਮਰਜੀ ਮੇਕਅਪ ਥੱਪਿਆ ਹੋਵੇ, ਵੇਖਿਆ ਕਰੋ ਵਿਆਹਾਂ ਤੋਂ ਬਾਅਦ ਸ਼ਾਮਾਂ ਨੂੰ ਮੂੰਹ ਕਿਹੋ ਜਿਹੇ ਬਿੱਲੀਆਂ ਵਰਗੇ ਹੁੰਦੇ, ਕਿਉਂ ਹੁੰਦੇ ਆ? ਉਹ ਮਿੱਟੀ ਤੇ ਇੰਨਾ ਕੁਝ ਥੱਪਿਆ ਸੀ ਮਿੱਟੀ ਨੇ, ਤੇ ਫਿਰ ਧੁੱਪ ਛਾਂ ਲੈਣੀ ਆ ਨਾ, ਉਹਨੂੰ ਹਵਾ ਵੀ ਲੱਗਦੀ ਆ, ਮੇਕਅਪ ਨੂੰ ਧੁੱਪ ਵੀ ਲੱਗਦੀ ਹੈ, ਕਿਤੇ ਨਾ ਕਿਤੇ ਪਸੀਨਾ ਵੀ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਮਿੱਟੀ ਅਬਜ਼ਰਵ ਕਰਦੀ ਹੈ ਉਹ ਫੇਰ ਆਪਣਾ ਅਸਲੀ ਰੂਪ ਵਿਖਾ ਦਿੰਦੀ। ਬੰਦਾ ਕਹਿੰਦਾ ਯਾਰ ਅੱਜ ਫੇਰ ਕਰਾਉਣਾ ਪੈਣਾ, ਕੱਲ ਕਰਾਇਆ ਲੈ ਗਿਆ। ਇਹ ਡੂੰਘੀਆਂ ਗੱਲਾਂ ਨੇ। ਮਰਦ ਕਹਿੰਦੇ ਇਹ ਤੇਰਾ ਸਰੂਪ ਨਹੀਂ ਹੈ, ਇਸੇ ਕਰਕੇ ਕਿਹਾ ਮਰਨ ਹਾਰ ਇਹੋ ਜੀੜਾ ਨਹੀਂ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਕਹਿੰਦੇ ਮਰਿਆ ਥੋੜੀ ਆ ਤੂੰ ਨਹੀਂ ਮਰਿਆ, ਸਰੀਰ ਮਰਿਆ, ਉਹ ਵੀ ਮਰਿਆ ਨਹੀਂ, ਉਹ ਤੇ ਪਹਿਲਾਂ ਹੀ ਜੜ ਸੀ। ਇੱਕ ਰੂਹ ਨਿਕਲੀ ਹੈ, ਉਹਨੇ ਉਡਾਰੀ ਮਾਰੀ ਹੈ, ਜਦ ਉਹ ਉਡਾਰੀ ਮਾਰ ਗਈ ਮਿੱਟੀ ਦੀ ਥਾਂ ਮਿੱਟੀ ਰਹਿ ਗਈ। ਅੰਧ ਮੂਕ ਗੁੰਗੇ ਪੁਨ ਜੀ, ਜੀਵਤ ਜੁਗਤ ਰਹਿਤ ਹੈ ਤੇ। ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਫਿਰ ਜਿਹੜੇ ਗਿਆਨ ਤੇ ਕਰਮ ਇੰਦਰੀਆਂ ਤੋਂ ਬਿਨਾਂ ਬੰਦਾ ਜੀ ਸਕਦਾ? ਮਰਦ ਕਹਿੰਦੇ ਬਿਲਕੁਲ। ਮੈਂ ਕਹਿੰਦਾ ਮੈਨੂੰ ਦਿਸਦਾ, ਮੈਨੂੰ ਸੋਹਣਾ ਦਿਸਦਾ, ਮੈਨੂੰ ਸਾਫ਼ ਦਿਸਦਾ, ਇੱਥੇ ਉਹ ਵੀ ਜੀ ਰਹੇ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ, ਜਨਮ ਤੋਂ ਹੀ ਅੱਖਾਂ ਨਹੀਂ ਹੈਗੀਆਂ। ਇੱਥੇ ਉਹ ਵੀ ਜੀ ਰਹੇ ਆ ਜਿਨ੍ਹਾਂ ਨੂੰ ਕੰਨਾਂ ਤੋਂ ਕਦੇ ਸੁਣਦਾ ਨਹੀਂ, ਕੰਨ ਹੀ ਨਹੀਂ ਹੈ, ਸੁਣਿਆ ਹੀ ਨਹੀਂ ਕਦੇ ਦੁਨੀਆ 'ਚ ਆਵਾਜ਼ ਕੀ ਹੁੰਦੀ ਹੈ। ਇੱਥੇ ਉਹ ਵੀ ਜਿਨ੍ਹਾਂ ਕੋਲ ਪੈਰ ਨਹੀਂ, ਤੁਰ ਰਹੇ ਆ, ਬਿਨਾਂ ਪੈਰਾਂ ਤੋਂ ਚੱਲ ਰਹੇ ਆ, ਹੱਥ ਵੀ ਨਹੀਂ ਕਈਆਂ ਕੋਲੇ ਹੈ, ਤੇ ਬਹੁਤ ਕੁਛ ਹੈ। ਗੁਰੂ ਸਾਹਿਬ ਕਹਿੰਦੇ ਇਹ ਗਿਆਨ ਇੰਦਰੇ ਕਰਮ ਇੰਦਰੇ ਹੋਣ ਦੇ ਬਾਵਜੂਦ ਨੱਕ ਹੈ, ਨੱਕ ਦੀ ਸ਼ੇਪ ਹੈ, ਸਾਹ ਪ੍ਰੋਪਰ ਨਹੀਂ ਲੋਕਾਂ ਨੂੰ ਆ ਰਿਹਾ, ਕੰਨ ਹੈਗੇ ਆ, ਮਸ਼ੀਨਾਂ ਲਾ ਕੇ ਵੀ ਨਹੀਂ ਸੁਣਦਾ, ਪਰਦੇ ਪਾਟੇ ਆ, ਕਈਆਂ ਦੇ ਹੁੰਦਿਆਂ ਵੀ ਨਹੀਂ ਚੱਲ ਰਹੇ, ਅੱਖਾਂ ਹੈਗੀਆਂ ਨੇ ਦਿਸ ਨਹੀਂ ਰਿਹਾ, ਜ਼ੁਬਾਨ ਹੈਗੀ ਹੈ ਦਿਸਦੀ ਹੈ, ਬੋਲਿਆ ਨਹੀਂ ਜਾਂਦਾ। ਫਿਰ ਇਹਦਾ ਮਤਲਬ ਤੂੰ ਦੁਨੀਆ ਤੇ ਆਇਆ ਨਾ ਆਇਆ? ਨਹੀਂ, ਅੱਖਾਂ, ਨੱਕ, ਕੰਨ, ਜ਼ੁਬਾਨ ਤੋਂ ਬਿਨਾਂ ਵੀ ਜ਼ਿੰਦਗੀ ਚੱਲਦੀ ਹੈ। ਰਾਏ ਬੁਲਾਰ ਸਾਹਿਬ ਨੇ ਵੇਖਿਆ ਵੀ ਗੱਲ ਤੇ ਸਹੀ ਹੈ। ਮੈਂ ਤੇ ਸੋਚਿਆ ਸੀ ਮੈਂ ਗਿਆਨ ਇੰਦਰੇ ਕਰਮ ਇੰਦਰੇ, ਮਰਦ ਕਹਿੰਦੇ ਇਹ ਰੁਕਿਆਂ ਤੋਂ ਵੀ ਜੀਵਨ ਚੱਲਦਾ ਰਹਿੰਦਾ ਏ। ਇਨ ਤੇ ਆਤਮ ਲਖੀਏ ਨਿਆਰੋ, ਇੰਦਰੀਆ ਤਨ ਕੇ ਜੋਨ ਆਧਾਰੋ। ਗੁਰੂ ਪਾਤਸ਼ਾਹ ਕਹਿੰਦੇ ਆਤਮਾ ਇਹਨਾਂ ਤੋਂ ਵੱਖ ਹੈ। ਆਤਮਾ ਨਾ ਤੇਰਾ ਨੱਕ ਹੈ, ਨਾ ਤੇਰਾ ਕੰਨ ਹੈ, ਨਾ ਤੇਰੀ ਜੀਭ ਹੈ, ਤੇ ਨਾ ਤੇਰੇ ਪੈਰ ਨੇ, ਰਹਿੰਦੀ ਕਿੱਥੇ ਹੈ? ਲੋਕੀ ਕਹਿੰਦੇ ਆਤਮਾ ਦਿਲ 'ਚ ਹੈ, ਡਾਕਟਰਾਂ ਨੇ ਦਿਲ ਵੀ ਟ੍ਰਾਂਸਪਲਾਂਟ ਕਰਤਾ, ਹੁੰਦੇ ਆ ਜੀ ਲੋਕਾਂ ਦੇ ਲੀਵਰ ਟ੍ਰਾਂਸਪਲਾਂਟ, ਬ੍ਰੇਨ ਤੱਕ ਹੋ ਰਹੇ ਆ, ਬਦਲੇ ਜਾਂਦੇ ਆ ਲੋਕਾਂ ਦੇ, ਹਾਰਟ ਬਦਲੇ ਜਾਂਦੇ ਆ, ਕਿਡਨੀਆਂ ਬਦਲੀਆਂ ਜਾਂਦੀਆਂ ਨੇ। ਫਿਰ ਹੈ ਕਿੱਥੇ ਹੈ? ਆਤਮਾ ਕਿੱਥੇ ਵਸਦੀ ਹੈ? ਕੋਈ ਕਹਿੰਦਾ ਦਸਮ ਦੁਆਰ, ਬੜਿਆਂ ਲੋਕਾਂ ਦੇ ਐਕਸੀਡੈਂਟ 'ਚ ਸਾਰਾ ਸਿਰ ਫੁੱਟ ਜਾਂਦਾ ਹੈ, ਕਿੱਥੇ ਹੈ? ਉਹ ਫਿਰ ਵੀ ਜਿਉਂਦੇ ਰਹਿੰਦੇ ਕੋਮਾ 'ਚ ਜਾ ਕੇ। ਇਹ ਬੜੀਆਂ ਗਹਿਰੀਆਂ ਰਮਜ਼ਾਂ ਨੇ। ਜਦੋਂ ਭਗਤੀ ਜੀਵਨ 'ਚ ਆ ਜੇ ਸਮਝ ਤਾਂ ਆਉਂਦੀ ਹੈ। ਐਵੇਂ ਦੁਨੀਆ ਇੱਧਰ ਉੱਧਰ ਤੁੱਕੇ ਲਾਉਂਦੀ ਰਹਿੰਦੀ ਹੈ, ਇੱਥੇ ਨਹੀਂ ਰੱਬ, ਇੱਥੇ ਹੋਊ, ਆਤਮਾ ਇੱਥੇ ਨਹੀਂ, ਇੱਥੇ ਹੋਊਗੀ, ਇੱਦਾਂ ਕੁਛ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਜੀ ਜਿਨ੍ਹਾਂ ਕੋਲ ਅੱਖ ਨਹੀਂ, ਕੰਨ ਨਹੀਂ, ਨੱਕ ਨਹੀਂ, ਜ਼ੁਬਾਨ ਨਹੀਂ, ਇਹਦਾ ਮਤਲਬ ਫਿਰ ਉਹ ਦੁਨੀਆ ਤੇ ਹੈ ਨਹੀਂ। ਕਹਿੰਦੇ ਉਹ ਵੀ ਨੇ। ਹੁਣ ਜਿਨ੍ਹਾਂ ਲੋਕਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ, ਮੈਂ ਬੜਿਆਂ ਨੂੰ ਵੇਖਿਆ ਸਾਈਕਲ ਚਲਾ ਰਹੇ ਆ, ਬੱਸਾਂ ਦਾ ਸਫ਼ਰ ਕਰਦੇ ਆ, ਰੋਡ ਪਾਰ ਕਰਦੇ ਆ, ਲਿਖ ਲੈਂਦੇ ਆ, ਬੰਦਾ ਪਛਾਣ ਲੈਂਦੇ ਆ। ਕਿਉਂ? ਕਦੇ ਪੜ੍ਹ ਕੇ ਵੇਖਿਓ ਉਹਨਾਂ ਦੇ ਬਾਰੇ। ਅੱਖਾਂ ਜਦੋਂ ਬੰਦ ਹੋ ਜਾਣ ਫਿਰ ਕੰਨ ਤੇ ਸਕਿਨ ਇੰਨੀ ਸੈਂਸਿਟੀਵਿਟੀ ਕਰਦੀ ਹੈ, ਬੰਦਾ ਪਛਾਣ ਸਕਦਾ ਵੀ ਇੱਥੋਂ ਕੌਣ ਲੰਘਿਆ ਤੇ ਕੌਣ ਕੋਲੇ ਖੜੇ ਹੈ। ਅੱਜ ਵੀ ਇਦਾਂ ਦੇ ਲੋਕ ਧਰਤੀ ਤੇ ਜਿਉਂਦੇ ਆ। ਇਹ ਰੱਬ ਦੀਆਂ ਖੇਡਾਂ ਨੇ, ਪਰਮਾਤਮਾ ਦੀਆਂ ਬਣਾਈਆਂ ਹੋਈਆਂ। ਉਹ ਬਿਨਾਂ ਅੱਖਾਂ ਤੋਂ ਗੱਡੀਆਂ ਚਲਾਉਂਦੇ ਆ ਲੋਕ, ਬਿਨਾਂ ਅੱਖਾਂ ਤੋਂ। ਇੱਥੇ ਤੇ ਅੱਖਾਂ ਵਾਲੇ ਚੰਗੇ ਭਲੇ ਇੱਕ ਦੂਜੇ ਨੂੰ ਦੜਦੇ ਫਿਰਦੇ। ਆਖੋ ਸਤਨਾਮ। ਸਾਡਾ ਤਾਂ ਇੰਨਾ ਮਾੜਾ ਹਾਲ ਹੈ, ਮਾੜਾ ਜਿਹਾ ਹਨੇਰਾ ਹੋ ਜਾਏ ਇੱਕ ਦੂਜੇ 'ਚ ਵੱਜਦੇ ਫਿਰਦੇ ਆ, ਫਿਰ ਸਾਡਾ ਕੀ ਹਾਲ ਹੈ? 99% ਸਾਡਾ ਧਿਆਨ ਅੱਖਾਂ ਨਾਲ ਹੀ ਖਿੰਡ ਰਿਹਾ ਹੈ। ਬਾਣੀ ਕਹਿੰਦੀ ਹੈ 20% ਕੰਨਾਂ ਕਰਕੇ ਬੰਦਾ ਖਿੰਡਿਆ, 80% ਬੰਦੇ ਦਾ ਖੰਡਾ ਅੱਖਾਂ ਕਰਕੇ ਹੈ। ਤੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ ਉਹਨਾਂ ਨੂੰ ਬਾਣੀ ਜ਼ਿਆਦਾ ਯਾਦ ਕਿਉਂ ਹੁੰਦੀ ਹੈ? ਕਦੇ ਵੇਖਿਆ? ਰਾਗੀ ਸਿੰਘ ਸੂਰਮੇ ਹੁੰਦੇ ਆ, ਕਿੰਨੀ ਕਿੰਨੀ ਬਾਣੀ ਯਾਦ ਹੈ। ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਯਾਦ ਹੈ, ਕਿਉਂਕਿ ਅੱਖਾਂ ਕਰਕੇ ਸੁਰਤ ਘੱਟ ਖਿੰਡਦੀ ਹੈ। ਤੇ ਤੁਸੀਂ ਬੈਠੇ ਹੋ, ਅੱਖ ਖੋਲ੍ਹ ਲਓ,
ਜੋ ਵੇਖ ਰਹੇ ਹੋ, ਜੋ ਸੁਣਦੇ ਹੋ, ਉਹਨੂੰ ਸੁਣ ਨਹੀਂ ਸਕਦੇ। ਅੱਖਾਂ ਉੱਧਰ ਵਿਖਾਈ ਜਾਂਦੀਆਂ ਵੀ ਉਹ ਕੀ ਕਰਦਾ, ਸਾਹਮਣੇ ਵਾਲਾ ਕਿੱਧਰ ਵੇਖਦਾ, ਕੀ ਬੋਲਦਾ ਹੈ, ਕੀ ਕਰਦਾ ਹੈ, ਭੁੱਲ ਗਏ ਸਾਰਾ ਕੁਝ। ਕੰਨਾਂ ਤੋਂ ਸੁਣਿਆ ਸਰ ਸਕਦਾ ਹੈ, ਪਰ ਅੱਖਾਂ ਦਾ ਖਲਾਰਾ ਜ਼ਿਆਦੇ ਹੈ। ਮਰਦ ਕਹਿੰਦੇ ਅੱਖਾਂ ਬੰਦ, ਕੰਨ ਬੰਦ, ਜ਼ੁਬਾਨ ਬੰਦ, ਪਰ ਆਤਮਾ ਤੇ ਫੇਰ ਵੀ ਬੋਲ ਰਹੀ ਹੈ। ਉਹ ਤੇ ਫੇਰ ਵੀ ਸਰੀਰ ਵਿੱਚ ਵਸਦੀ ਹੈ। ਨਿਜ ਤਤ ਕੋ ਰਖੀਕ ਗੁਣ ਗ੍ਰਾਹੀ, ਨਭ ਕੋ ਸ਼ਬਦ ਸਰਵਣ ਗੈ ਤਾਹੀ। ਰਾਏ ਬੁਲਾਰ ਸਾਹਿਬ ਆਖਦੇ, ਮਹਾਰਾਜ ਇੰਦਰੇ ਮੇਰਾ ਰੂਪ ਕਿਉਂ ਨਹੀਂ, ਅੱਖਾਂ ਤੇ ਵੇਖ ਰਹੀਆਂ, ਉਹ ਮੈਨੂੰ ਦੱਸਦੀਆਂ ਵੀ ਮੈਂ ਵੇਖਦਾ। ਗੁਰੂ ਸਾਹਿਬ ਨੇ ਫਿਰ ਦੱਸਿਆ, ਕਹਿੰਦੇ ਆ ਤੇਰੇ ਕੰਨ ਨੇ ਨਾ, ਜਿਹੜੇ ਕੰਨ, ਇਹਨਾਂ ਦਾ ਵਿਸ਼ਾ ਨਾਦ ਹੈ। ਨਾਦ ਨਾਮ ਹੈ ਆਵਾਜ਼। ਇਹ ਕਿੱਥੋਂ ਆਈ ਹੈ? ਆਵਾਜ਼ ਵਿਸ਼ਾ ਬ੍ਰਹਿਮੰਡ ਦਾ ਹੈ। ਅੱਜ ਸਾਡੀ ਸਾਇੰਸ ਪਹੁੰਚ ਗਈ ਹੈ, ਉਹ ਕਹਿੰਦੇ ਯੂਨੀਵਰਸ ਦੀ ਆਵਾਜ਼ ਕੀ ਹੈ, ਗੂੰਜ ਰਹੀ ਹੈ। ਹਰ ਪਲੈਨਟ ਦੀ ਆਪਣੀ ਆਵਾਜ਼ ਹੈ। ਧਰਤੀ ਦੀ ਆਪਣੀ ਆਵਾਜ਼ ਹੈ, ਪਲੂਟੋ ਦੀ ਆਪਣੀ ਆਵਾਜ਼ ਹੈ, ਚੰਦਰਮਾ ਆਪਣੀ ਗੂੰਜ ਦੇ ਰਿਹਾ ਹੈ। ਹੋ ਸਕਦਾ ਸਾਨੂੰ ਗੁਰਤਾਕਰਸ਼ਣ ਕਰਕੇ ਨਾ ਸੁਣੇ, ਪਰ ਅੱਜ ਇਹ ਰਿਕਾਰਡਡ ਨੇ ਚੀਜ਼ਾਂ। ਬ੍ਰਹਿਮੰਡ ਦੀ ਆਪਣੀ ਆਵਾਜ਼ ਹੈ, ਧਰਤੀ ਦੇ ਚੱਕਰ ਦੀ ਆਪਣੀ ਗੂੰਜ ਹੈ, ਪਰ ਸੁਣਦੀ ਕਿਹਦੇ ਨਾਲ ਹੈ? ਕੰਨ ਨਾਲ। ਕੰਨ ਕਿਉਂ ਸੁਣਦੇ ਆ? ਕਿਉਂਕਿ ਕੰਨ ਬਣਿਆ ਆਕਾਸ਼ ਤੋਂ। ਅੱਜ ਵੀ ਕੋਈ ਲਾਈਵ ਟੈਲੀਕਾਸਟ ਹੁੰਦਾ ਸੈਟਲਾਈਟ ਤੋਂ। ਪੁਰਾਣੇ ਸਮੇਂ ਹੁੰਦੇ ਸੀ ਰੇਡੀਓ, ਤੇ ਰੇਡੀਓ ਕਿੱਥੋਂ ਤਰੰਗਾਂ ਫੜਦਾ ਸੀ? ਸੈਟਲਾਈਟ ਤੋਂ, ਅਸਮਾਨ ਤੋਂ। ਉਹ ਕਿਉਂ ਆ ਰਹੀਆਂ ਨੇ? ਉਹਨਾਂ ਨੂੰ ਪਤਾ ਹੈ ਵੀ ਕੰਨਾਂ ਦਾ ਵਿਸ਼ਾ ਆਵਾਜ਼ ਹੈ, ਆਵਾਜ਼ ਵਿਸ਼ਾ ਬ੍ਰਹਿਮੰਡ ਦਾ ਹੈ। ਕਦੇ ਤੁਸੀਂ ਸੁਣਿਆ ਵੀ ਕੋਈ ਸੈਟਲਾਈਟ ਧਰਤੀ ਥੱਲੇ ਦੱਬਤਾ ਉੱਥੋਂ ਕੰਮ ਕਰਦਾ? ਨਹੀਂ। 4-4 ਹਜ਼ਾਰ ਕਿਲੋਮੀਟਰ ਉੱਪਰ ਸਾਡੀ ਪ੍ਰਿਥਵੀ ਤੋਂ ਸੈਟਲਾਈਟ ਛੱਡੇ ਜਾਂਦੇ ਆ। ਇੰਨੀ ਦੂਰ ਤੋਂ ਰੇਡੀਓ ਸਿਗਨਲ ਆ ਰਹੇ ਆ, ਹੋਰ ਬੜੀ ਤਰ੍ਹਾਂ ਦੇ ਸਿਗਨਲ ਆ ਰਹੇ ਆ। ਕਿਉਂ ਆ ਰਹੇ ਆ? ਕਿਉਂਕਿ ਉਹ ਆਕਾਸ਼ 'ਚੋਂ ਆ ਰਹੇ ਆ, ਉਹ ਸੁਣੇ ਜਾਂਦੇ ਆ। ਸਿਗਨਲ ਵੇਖੇ ਨਹੀਂ ਜਾਂਦੇ, ਸੁਣੇ ਜਾਂਦੇ ਆ। ਕਿੰਨੇ ਗੀਗਾਵਾਟ ਤੇ ਚੱਲ ਰਿਹਾ ਹੈ, ਉਹਦੀ ਫ੍ਰੀਕੁਐਂਸੀ ਕੀ ਹੈ, ਕਿੱਥੋਂ ਆਇਆ? ਕੰਨਾਂ ਦਾ ਵਿਸ਼ਾ ਹੈ, ਕੰਨਾਂ ਦਾ ਵਿਸ਼ਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਰਾਏ ਬੁਲਾਰ ਜੀ, ਕੰਨ ਸੁਣਦੇ ਤਾਂ ਨੇ, ਇਹਨਾਂ 'ਚ ਆਕਾਸ਼ ਦਾ ਤੱਤ ਮੌਜੂਦ ਹੈ। ਆਕਾਸ਼ ਹਮੇਸ਼ਾ ਗੂੰਜਦਾ ਹੈ, ਸੁਣ ਆਵਾਜ਼ ਆ ਉਹਦੀ। ਤੁਸੀਂ ਕਦੇ ਆਕਾਸ਼ ਦੀ ਆਵਾਜ਼ ਸੁਣਨੀ ਹੈ? ਘਰੇ ਗਲਾਸ ਸਾਰਿਆਂ ਦੇ ਆ ਨਾ, ਇੱਕ ਕੰਨ ਵਿੱਚ ਉਂਗਲ ਪਾ ਕੇ ਬੰਦ ਕਰਿਓ ਤੇ ਖਾਲੀ ਗਲਾਸ ਆਪਣੇ ਕੰਨ ਨੂੰ ਲਾ ਲਿਓ। ਉਹ 'ਚ ਜਿਹੜੀ ਆਵਾਜ਼ ਆਏਗੀ ਉਹ ਬ੍ਰਹਿਮੰਡ ਦੀ ਆਵਾਜ਼ ਹੈ, ਆਕਾਸ਼ ਦੀ ਆਵਾਜ਼ ਹੈ। ਇਸੇ ਕਰਕੇ ਬਾਣੀ ਲਿਖਦੀ ਹੈ, ਘਟ ਫੂਟੇ ਤੇ ਏਕ ਆਕਾਸ਼। ਕਹਿੰਦੇ ਇੱਕ ਘੜਾ ਭੰਨ ਦਿਓ ਤੇ ਆਕਾਸ਼ ਨਿਕਲ ਆਇਆ, ਕਿਉਂਕਿ ਆਕਾਸ਼ ਵਿੱਚ ਉਹਦਾ ਇੱਕ ਰੂਪ ਸੀ, ਘੜੇ ਦਾ ਟੁੱਟ ਗਿਆ ਤੇ ਉਹ ਖੁੱਲਾ ਬ੍ਰਹਿਮੰਡ ਹੋ ਗਿਆ, ਖੁੱਲੀ ਥਾਂ ਹੋ ਗਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਕੰਨਾਂ ਦਾ ਵਿਸ਼ਾ ਆਕਾਸ਼ ਹੈ। ਆਕਾਸ਼ ਤੋਂ ਕੰਨ ਬਣੇ ਆ ਸਾਡੇ। ਅੱਜ ਵੀ ਆਕਾਸ਼ 'ਚੋਂ ਕੋਈ ਪਲੇਨ ਲੰਘਦਾ, ਸਭ ਤੋਂ ਵੱਧ ਆਵਾਜ਼ ਹੁੰਦੀ ਧਰਤੀ ਤੇ। ਵਿੱਚ ਬੈਠਿਆਂ ਨੂੰ ਘੱਟ ਸੁਣਦੀ ਹੈ, ਥੱਲਿਓ ਕੰਨ ਪਾੜਦਾ ਫਿਰਦਾ। ਕਿਉਂ? ਕਿਉਂਕਿ ਕੰਨਾਂ ਦਾ ਵਿਸ਼ਾ ਆਕਾਸ਼ ਹੈ। ਉੱਚੀਆਂ ਥਾਵਾਂ ਤੋਂ ਆਵਾਜ਼ਾਂ ਥੱਲੇ ਜ਼ਿਆਦਾ ਸੁਣੀਆਂ ਜਾਂਦੀਆਂ ਨੇ। ਵਿਸ਼ਿਆਂ ਦੀ ਗੱਲ ਹੋ ਰਹੀ ਹੈ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਸੁਣਦਾ ਨਹੀਂ, ਫਿਰ ਇਹਦਾ ਮਤਲਬ ਉਹਨਾਂ ਕੋਲ ਉਹ ਤੇ ਬੰਦੇ ਹੀ ਨਹੀਂ, ਉਹ ਤੇ ਫਿਰ ਮੈਂ ਨਹੀਂ। ਕਹਿੰਦੇ ਹਾਂ ਮਹਾਰਾਜ, ਇਹ ਵੀ ਗੱਲ ਬੜੀ ਗਹਿਰੀ ਹੈ। ਉਹਨਾਂ ਕਿਹਾ ਸੀ ਨਾ ਵੀ ਜੇ ਮੈਂ ਆ ਤਾਂ ਹੀ ਸੁਣਦਾ, ਜੇ ਮੈਂ ਆ ਤਾਂ ਹੀ ਵੇਖਦਾ। ਮਹਾਰਾਜ ਕਹਿੰਦੇ ਨਹੀਂ, ਆਕਾਸ਼ ਕਰਕੇ ਸੁਣਿਆ ਜਾਂਦਾ ਹੈ, ਆਕਾਸ਼ ਹੀ ਸੁਣਾਉਂਦਾ ਏ। ਤੁਚਾ ਵਾਓ ਕੀ ਇੰਦਰੀਆ ਜਾਨ, ਤੇਹ ਕੋ ਵਿਸ਼ੇ ਸਪਰਸ਼ ਪਛਾਣ। ਹੁਣ ਸਾਡਾ ਅਗਲਾ ਗਿਆਨ ਇੰਦਰਾ ਹੈ ਚਮੜੀ। ਮਹਾਰਾਜ ਕਹਿੰਦੇ ਇਹਦਾ ਵਿਸ਼ਾ ਹੈ ਵਾਓ। ਵਾਓ ਨਾਮ ਹੈ ਹਵਾ ਦਾ। ਸਾਡੀ ਸਕਿਨ ਸੈਂਸ ਕਰ ਰਹੀ ਹੈ ਨਾ, ਮੈਨੂੰ ਗਰਮੀ ਆਉਂਦੀ ਹੈ ਜਾਂ ਠੰਡ ਲੱਗਦੀ ਹੈ। ਕੌਣ ਦੱਸਦਾ ਜੀ? ਨਾ ਤੇ ਜੀਭ ਦੱਸਦੀ, ਨਾ ਅੱਖਾਂ ਦੱਸਦੀਆਂ, ਨਾ ਕੰਨ ਦੱਸਦੇ, ਨਾ ਜ਼ੁਬਾਨ ਦੱਸਦੀ। ਇਹ ਸਾਡੀ ਬਾਡੀ ਦੀ ਸਕਿਨ ਚਮੜੀ ਦੱਸਦੀ ਹੈ ਵੀ ਹਵਾ ਗਰਮ ਹੈ ਜਾਂ ਠੰਡੀ ਹੈ। ਚਮੜੀ ਬਣੀ ਕਾਹਦੇ ਤੋਂ ਹੈ? ਹਵਾ ਤੋਂ। ਇਹਦਾ ਵਿਸ਼ਾ ਹਵਾ ਹੈ, ਵਿਸ਼ਾ ਹਵਾ ਹੈ। ਵਿਸ਼ਾ ਮਤਲਬ ਇਹਨੂੰ ਚਲਾਉਣ ਵਾਲਾ ਸੈਟਅਪ, ਜਿਹਦੇ ਕਰਕੇ ਬਣੀ ਹੈ। ਤੇ ਆਹ ਚਮੜੀ ਖੁੱਲੀ ਥਾਂ ਤੇ ਖੁਸ਼ ਹੈ। ਬੰਦੇ ਨੂੰ ਕਿਸੇ ਵੀ ਬੋਇਲਰ 'ਚ ਬੰਦ ਕਰ ਦਿਓ, ਕਿਸੇ ਸਿਲੰਡਰੀਕਲ ਢਾਂਚੇ 'ਚ ਬੰਦ ਕਰ ਦਿਓ, ਇਹਦੀ ਚਮੜੀ ਗਲਣੀ ਸ਼ੁਰੂ ਹੋ ਜਾਊਗੀ। ਤੁਸੀਂ ਪਾਣੀ 'ਚ ਬਹਿ ਜਾਓ 4 ਘੰਟੇ, ਚਿੱਟੇ ਹੋ ਜਾਓਗੇ। 15-20 ਘੰਟੇ ਬੰਦਾ ਬਰਫ਼ 'ਚ ਬਹਿ ਜੇ, ਵੈਸੇ ਬਹਿਣਾ ਔਖਾ ਹੈ, ਬਹਿ ਜੇ ਤੇ ਚਮੜੀ ਉਤਰਨੀ ਉਖੜਨੀ ਸ਼ੁਰੂ ਹੁੰਦੀ। ਕਿਉਂ? ਉੱਥੇ ਉਹਨੂੰ ਹਵਾ ਨਹੀਂ ਲੱਗ ਰਹੀ।
ਨਹਾਉਣ ਤੋਂ ਬਾਅਦ ਆਪਾਂ ਬਾਹਰ ਨੂੰ ਕਿਉਂ ਭੱਜਦੇ ਆ? ਪੱਖਾ ਲਾਓ ਯਾਰ ਗਰਮੀ ਆ ਗਈ। ਕਿਉਂ? ਚਮੜੀ ਦਾ ਵਿਸ਼ਾ ਹਵਾ ਹੈ, ਇਹ ਹਵਾ ਤੋਂ ਬਣੀ ਹੈ। ਤੇ ਹਰ ਰਾਤ ਜਦੋਂ ਅਸੀਂ ਸੌਂਦੇ ਆ, ਸਾਡੀ ਬਾਡੀ ਦੇ ਜਿਹੜੇ ਡੈਡ ਸੈੱਲ ਨੇ ਸਕਿਨ ਦੇ, ਉਹ ਕਿਹਦੇ ਨਾਲ ਰਿਫਰੈਸ਼ ਹੋ ਰਹੇ ਆ? ਸਾਨੂੰ ਤੇ ਲੱਗਦਾ ਅਸੀਂ ਸੌਂਗੇ, ਪਰ ਨਹੀਂ। ਉਸ ਵੇਲੇ ਬਾਡੀ ਆਪਣੇ ਵਰਕ ਤੇ ਲੱਗੀ ਹੋਈ ਹੈ। ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡਾ ਜਿਸਮ ਆਪਣੇ ਆਪ ਦੀ ਰਿਪੇਅਰ ਕਰਦਾ ਹੈ। ਡੈਡ ਸਕਿਨ ਸਾਡੀ ਲੱਥ ਰਹੀ ਹੈ, ਨਵੇਂ ਟਿਸ਼ੂ ਆ ਰਹੇ ਆ। ਕਿੱਥੋਂ ਆਏ ਆ ਉਹ? ਹਵਾ ਦਾ ਵਿਸ਼ਾ ਹੈ। ਇਹਨੂੰ ਤੱਤਾ ਵੀ ਲੱਗਦਾ ਹੈ, ਠੰਡਾ ਵੀ ਲੱਗਦਾ ਹੈ, ਵਿੱਚ ਵਿਚਾਲੇ ਕੋਸਾਪਣ ਉਹ ਵੀ ਇਹਨੂੰ ਲੱਗਦਾ ਹੈ। ਤੇ ਜਦੋਂ ਸਾਡੀ ਚਮੜੀ ਨੂੰ ਕੋਈ ਹੱਥ ਲਾਵੇ, ਉਹ ਹੁੰਦੀ ਸਪਰਸ਼, ਸਪਰਸ਼ਤਾ। ਸਪਰਸ਼ਤਾ ਦੇ ਨਾਲ ਪਤਾ ਲੱਗਦਾ ਹੈ। ਜੇ ਆ ਦੋ ਹੱਥਾਂ ਦੇ ਵਿੱਚੋਂ ਹਵਾ ਕੱਢਦੀ ਹੈ ਤੇ ਸਾਨੂੰ ਨਹੀਂ ਪਤਾ ਲੱਗਣਾ ਵੀ ਕੀ ਹੈ। ਦੋ ਹੱਥਾਂ ਦੀ ਤਾੜੀ ਮਾਰੀਏ ਤੇ ਆਵਾਜ਼ ਤਾਂ ਆਉਂਦੀ ਜਿਹਦੇ ਵਿੱਚ ਹਵਾ ਏ। ਅੱਜ ਸਾਡੇ ਚੰਦਰਯਾਨ ਜਾਂਦੇ ਆ ਚੰਦ ਤੇ, ਉਹ ਇੱਕ ਛਾਲ ਮਾਰਦੇ ਆ, ਉੱਥੇ ਜਾ ਕੇ 10 ਕਿਲੋ ਦਾ weight ਹੋ ਜਾਂਦਾ, ਜਿਹਦਾ ਇੱਥੇ 80 ਕਿਲੋ ਦਾ ਹੋਵੇ। ਕਿਉਂ? ਉੱਥੇ ਐਟਮੋਸਫੀਅਰ ਨਹੀਂ ਹੈ, ਉੱਥੇ ਹਵਾ ਨਹੀਂ ਹੈ। ਇਸ ਧਰਤੀ ਤੇ ਹਵਾ ਪਰਮਾਤਮਾ ਨੇ ਦਿੱਤੀ ਹੈ। ਜਿਹੋ ਜਿਹੇ ਲੋਕ ਨੇ, ਹੁਣ ਯੂਰਪ ਦੇ ਲੋਕ ਨੇ, ਉੱਥੋਂ ਦੀ ਹਵਾ ਕਰਕੇ ਆਪਾਂ ਕਹਿੰਦੇ ਨੇ ਵੀ ਪੌਣ ਪਾਣੀ ਉਹਨਾਂ ਦਾ ਵਧੀਆ ਜੀ, ਸਾਡੇ ਵਾਲੇ ਜਾ ਕੇ ਚਿੱਟੇ ਚਿੱਟੇ ਹੋ ਜਾਂਦੇ ਆਂਡਿਆਂ ਵਰਗੇ। ਕਿਉਂ? ਹਵਾ ਉੱਥੇ ਦੀ ਹੋਰ ਹੈ, ਇੱਥੇ ਦੀ ਹਵਾ ਹੋਰ ਹੈ। ਇੱਥੇ ਯੂਰਪੀਅਨ ਲੋਕ ਰਹਿ ਨਹੀਂ ਸਕਦੇ। ਜਿੱਦਣ ਗਰਮੀ ਪੈ ਗਈ ਉਹਨੇ ਚੱਕ ਕੇ ਝੋਲਾ ਭੱਜ ਜਾਣਾ, ਕਹਿੰਦੇ ਮਰ ਗਏ ਓਏ, ਭੱਠੀ ਹੈ ਤਾਂ। ਤੇ ਸਾਡੇ ਵਾਲੇ ਦੁਬਈ ਔਖੇ ਰਹਿੰਦੇ ਆ। ਕਿਉਂ? ਫਰਕ ਹੈ। ਜਿੱਥੇ ਜਿੱਥੇ ਜਨਮ ਹੋਇਆ, ਪਰਮਾਤਮਾ ਨੇ ਉਹੋ ਜਿਹੇ ਤੱਤਾਂ ਦੀ ਬਣਤਰ ਰੱਖੀ ਹੋਈ ਹੈ। ਪਰ ਹਰ ਚਮੜੀ ਦਾ ਵਿਸ਼ਾ ਹਵਾ ਹੈ। ਚਮੜੀ ਚੱਲਦੀ ਹਵਾ ਕਰਕੇ ਹੈ, ਬਣਦੀ ਹਵਾ ਕਰਕੇ ਹੈ। ਸਪਰਸ਼ਤਾ ਸਾਡੀ ਇਹ ਏਅਰ ਕਰਕੇ ਹੈ। ਜੇ ਅਸੀਂ ਕਿਸੇ ਨੂੰ ਸਪਰਸ਼ ਕਰਦੇ ਆ ਨਾ, ਤੇ ਸਾਡੀ ਚਮੜੀ ਸਾਨੂੰ ਦੱਸ ਰਹੀ ਹੈ ਵੀ ਮੈਨੂੰ ਕਿਸੇ ਨੇ ਹੱਥ ਲਾਇਆ ਹੈ। ਤੇ ਹੁਣ ਇਹ 'ਚ ਇੱਕ ਚੀਜ਼ ਹੋਰ ਹੈ, ਮਾਂ ਪੁੱਤ ਨੂੰ ਹੱਥ ਲਾਵੇ ਤੇ ਚਮੜੀ ਕਹਿੰਦੀ ਮਾਂ ਮੇਰੀ। ਤੇ ਇਸੇ ਸਰੀਰ ਨੂੰ ਹੱਥ ਭੈਣ ਲਾਵੇ, ਵਿਕਾਰ ਆਉਂਦਾ ਮਨ 'ਚ? ਨਹੀਂ ਨਾ, ਕਹਿੰਦਾ ਮੇਰੀ ਭੈਣ ਹੈ ਰੱਬ ਵਰਗੀ। ਇਸੇ ਸਰੀਰ ਨੂੰ ਪਤਨੀ ਜਾਂ ਕੋਈ ਫਰੈਂਡ ਹੱਥ ਲਾਵੇ, ਵਿਕਾਰ ਆ ਜਾਂਦੇ ਆ। ਕਿਉਂ? ਚਮੜੀ ਦੀ ਉਹੀ ਹੈ। ਵੇਖਿਆ ਵੀ ਹੈ ਨਹੀਂ, ਪਤਾ ਕਿਵੇਂ ਲੱਗਿਆ? ਇਸ ਹਵਾ ਦੇ ਜਰੀਏ ਮਨੁੱਖ ਦੀ ਚਮੜੀ ਦੇ ਵਿੱਚੋਂ ਇਹਦੇ ਮਨ ਨੂੰ ਵਿਚਾਰਾਂ ਦਾ ਪਤਾ ਲੱਗਿਆ, ਕਿਹੜਾ ਬੰਦਾ ਕੀ ਸੋਚ ਕੇ ਕਿਵੇਂ ਹੱਥ ਲਾ ਰਿਹਾ। ਆਖੋ ਸਤਨਾਮ। ਇਹ ਗੱਲਾਂ ਬਹੁਤ ਗਹਿਰੀਆਂ ਨੇ। ਬੇਸ਼ੱਕ ਗੁਰੂ ਨਾਨਕ ਸਾਹਿਬ ਜੀ ਨੇ ਹਿੰਟ ਦਿੱਤੇ ਆ, ਪਰ ਮੈਂ ਕੋਸ਼ਿਸ਼ ਤਾਂ ਕਰਦਾ ਹੁੰਦਾ ਵੀ ਤੁਹਾਨੂੰ ਸਮਝ ਸੌਖਾ ਆ ਜੇ, ਵਧੀਆ ਲੱਗੇ ਸਮਝ 'ਚ, ਤੇ ਫਿਰ ਯਾਦ ਵੀ ਰਵੇ। ਥੋੜਾ ਵੀ ਸੁਣਿਆ, ਪ੍ਰਸ਼ਾਦ ਛਕਿਆ, ਭੁੱਲ ਗਏ ਸਾਰਾ ਕੁਛ ਤੇ ਪੱਲੇ ਪਵੇ ਨਾ। ਮਰਦ ਕਹਿੰਦੇ ਆ ਸਾਡੀ ਚਮੜੀ ਦਾ ਵਿਸ਼ਾ ਹਵਾ ਹੈ, ਵਾਯੂ ਹੈ। ਤੇ ਇਹ ਹਵਾ ਸਾਡੇ ਸਰੀਰ 'ਚ ਕਿੰਨੇ ਕੰਮ ਕਰ ਰਹੀ ਹੈ ਜੀ? ਸਾਹ ਵੀ ਲੈ ਰਹੇ ਆ, ਨਿਕਲ ਵੀ ਰਹੇ ਆ, ਇਕੱਲੇ ਸਾਹਾਂ ਤੇ ਥੋੜਾ ਕੰਮ ਖੜਿਆ ਹੈ। ਤੇ ਇਹ ਅੰਦਰ ਆਕਸੀਜਨ ਜਾ ਕੇ 20% 21% ਆਕਸੀਜਨ ਸਾਡੇ ਅੰਦਰ ਜਾਂਦੀ ਹੈ, ਰਹਿੰਦੀ ਹੈ। ਬਾਕੀ ਜੋ ਵੀ ਗੈਸਾਂ, ਨਾਈਟ੍ਰੋਜਨ, ਕਾਰਬਨ, ਜੋ ਕੁਛ ਵੀ ਇੱਧਰ ਉੱਧਰ ਅੰਦਰ ਜਾਂਦਾ, ਉਹਨੂੰ ਸਾਰੇ ਫੇਫੜੇ ਬਾਹਰ ਕਰ ਦਿੰਦੇ ਆ। ਪਿਓਰ ਆਕਸੀਜਨ ਰੱਖ ਲੈਂਦਾ ਹੈ, ਉਹ ਵੀ ਪਰਸੈਂਟੇਜ ਦੇ ਹਿਸਾਬ ਨਾਲ। ਫਿਰ ਉਹ ਕਿਹੜੇ ਕੰਮਾਂ 'ਚ ਹੈ? ਛਿੱਕ, ਡਕਾਰ, ਇਹ ਹਵਾ ਦਾ ਕੰਮ ਆ ਨਾ। ਅੱਗ ਵੀ ਬਲ ਰਹੀ ਹੈ ਅੰਦਰ। ਹੁਣ ਕਿਸੇ ਵੀ ਗੱਡੀ ਦੇ ਵਿੱਚ ਫਿਊਲ ਡਿੱਗਦਾ ਹੈ, ਕੋਈ ਕਾਰ ਹੈ, ਮੋਟਰ ਬਾਈਕ ਹੈ, ਪਲੇਨ ਹੈ, ਉਹ ਕੱਲਾ ਫਿਊਲ ਉਹਦਾ ਕੀ ਕਰੂਗਾ ਜੇ ਉਹਦੀ 에ਅਰ ਟੈਪਟ ਬੰਦ ਕਰਤੀ? ਤੁਸੀਂ ਵੇਖੋਗੇ ਗੱਡੀਆਂ ਚਲਾਉਣ ਵਾਲਿਓ, ਹਰੇਕ ਗੱਡੀ 'ਚ ਫਿਲਟਰ ਲੱਗਾ ਹੁੰਦਾ ਹੈ ਹਵਾ ਵਾਲਾ, ਸਰਵਿਸ ਕਰਾਉਣੀ ਪੈਂਦੀ। ਕਾਹਦੇ ਲਈ? ਜੇ ਹਵਾ ਸਾਫ਼ ਜਾਊਗੀ, ਫਿਊਲ ਤਾਂ ਸੜੂਗਾ ਤੇ ਤਾਂ ਉਹਨੇ ਰੇਸ ਫੜਨੀ ਹੈ। ਐਕਸੀਲੇਟਰ ਛੱਡਿਆ, ਗੱਡੀ ਭੱਜੀ। ਕਿਉਂ ਭੱਜੀ? ਕਿਉਂਕਿ ਉਸ ਗੱਡੀ ਨੂੰ ਹਵਾ ਮਿਲੀ, ਹਵਾ ਨਾਲ ਤੇਲ ਜ਼ਿਆਦਾ ਮਿਲਿਆ ਤੇ ਫਾਇਰ ਮੱਚੀ, ਅੱਗ ਮੱਚੀ, ਉਹ 'ਚ ਉਹਨੇ ਸਪੀਡ ਫੜੀ ਹੈ। ਸਾਡੇ ਸਰੀਰ ਵਿੱਚ ਹਵਾ ਜਾਂਦੀ ਹੈ, ਭੋਜਨ ਕਿਵੇਂ ਪਚਦਾ ਹੈ? ਆਕਸੀਜਨ ਜਾ ਰਹੀ ਹੈ ਅੰਦਰ। ਆਕਸੀਜਨ ਨੇ ਕਣਾਂ ਦੇ ਵਿੱਚ ਜਾ ਕੇ ਸਾਡੇ ਭੋਜਨ ਨੂੰ ਤੋੜਿਆ, ਹਵਾ ਦਾ ਰੂਪ ਦਿੱਤਾ। ਰੋਟੀ ਖਾਧੀ, ਡਕਾਰ ਆ ਗਿਆ। ਹੁਣ ਡਕਾਰ ਵੀ ਸਾਨੂੰ ਕਈ ਤਰ੍ਹਾਂ ਦੇ ਆਉਂਦੇ ਆ। ਰੋਟੀ ਖਾਣ ਤੋਂ ਪਹਿਲਾਂ ਆਉਂਦਾ ਇੱਕ, ਅੱਧ ਰੱਜਿਆ ਜਾਂਦਾ ਇੱਕ, ਤ੍ਰਿਪਤ ਦਾ ਡਕਾਰ ਆ ਰਿਹਾ ਵੀ ਰੱਜ ਗਿਆ ਮੈਂ ਪੂਰਾ। ਗੁਰੂ ਸਾਹਿਬ ਕਹਿੰਦੇ ਹਵਾ ਦੇ ਕਈ ਵਿਸ਼ੇ ਨੇ, ਪਰ ਚਮੜੀ ਦਾ ਵਿਸ਼ਾ ਸਪਰਸ਼ ਹੈ। ਇਹ ਹਵਾ ਤੋਂ ਬਣੀ ਹੋਈ ਹੈ। ਇਸੇ ਕਰਕੇ ਹਵਾ ਕਰਕੇ ਸਪਰਸ਼ਤਾ ਦੱਸ ਰਹੀ ਹੈ। ਰਾਏ ਬੁਲਾਰ, ਨਾ ਤੂੰ ਹਵਾ ਏ ਨਾ ਤੂੰ ਚਮੜੀ ਹੈ। ਕਹਿੰਦਾ ਹਾਂ ਮਰ ਜੇ, ਤੇ ਮੈਂ ਸੋਚਿਆ ਹੀ ਨਹੀਂ ਕਦੇ। ਕਿਉਂਕਿ ਗੁਰੂ ਸਾਹਿਬ ਪਹਿਲਾਂ ਦੱਸ ਆਇਆ ਨਾ ਵੀ 5 ਤੱਤਾਂ ਤੋਂ ਸਰੀਰ ਬਣਿਆ, ਅੱਗ, ਪਾਣੀ, ਹਵਾ, ਆਕਾਸ਼। ਉਹ ਚੱਲ ਕਿੱਥੇ ਰਹੇ ਸਾਨੂੰ ਪਤਾ ਤਾਂ ਹੈ ਨਹੀਂ। ਕਹਿ ਦਿੱਤਾ ਹਾਂਜੀ 5 ਤੱਤਾਂ ਦਾ ਸਰੀਰ ਹੈ। ਆ ਜਾ ਬਹਿ ਜਾ, ਦੱਸ ਫਿਰ ਕਿਵੇਂ ਹੈ 5 ਤੱਤਾਂ ਦਾ? ਉਹ ਦੱਸ ਰਹੇ ਆ। ਕਹਿੰਦੇ ਹਵਾ ਤੋਂ ਤੇਰੀ ਸਕਿਨ ਹੈ, ਚਮੜੀ ਹੈ ਤੇਰੀ ਸਾਰੀ, ਕੰਨ ਤੇਰੇ ਆਕਾਸ਼ ਤੋਂ ਬਣੇ ਆ। ਆਪਾਂ ਆਮ ਸੁਣਦੇ ਆ ਨਾ, ਮਹਾਰਾਜ ਬਾਣੀ 'ਚ ਵੀ ਕਹਿੰਦੇ ਆ 5 ਤੱਤ ਕਾ ਪੁਤਲਾ ਘੜਿਆ,
ਵੀ 5 ਤੱਤਾਂ ਤੋਂ ਬਣਿਆ ਹੈ। ਮੇਰੇ ਵਰਗੇ ਨੇ ਸੁਣਾਇਆ ਹਾਂਜੀ ਅੱਗੇ ਪੜੋ ਜੀ, ਮਿੱਟੀ ਪਾਣੀ ਹਵਾ ਆਕਾਸ਼ ਬਣ ਗਿਆ ਸਰੀਰ, ਠੀਕ ਹੈ। ਤੁਸੀਂ ਇਕੱਠਾ ਕਰੋ, ਸਾਇੰਟਿਸਟਾਂ ਨੇ ਕੀਤਾ ਸਾਰਾ ਕੁਝ ਇਕੱਠਾ, ਬਣਿਆ ਹੀ ਕੁਛ ਨਹੀਂ, ਪੱਥਰ ਬਣ ਗਿਆ। ਪਰ ਉਹਨੇ ਬਣਾਇਆ ਕਿਵੇਂ ਹੈ? ਵਿਸ਼ੇ ਰੱਖ ਕੇ ਬਣਾਇਆ ਹੈ। ਕੰਨ ਸੁਣਦੇ ਆ, ਆਵਾਜ਼ ਸੁਣਦੇ ਆ, ਰਿਦਮ ਪਕੜਦੇ ਆ, ਪਰ ਇਹ ਚਮੜੀ ਸਪਰਸ਼ਤਾ ਦੱਸਦੀ ਹੈ, ਅੰਦਰ ਦੀ ਸੁਰਤ ਦੱਸਦੀ ਹੈ, ਬੰਦੇ ਦੀ ਬਿਰਤੀ ਦੱਸਦੀ ਹੈ। ਜਿਹੇ ਸੁਭਾਉ ਤਾਂ ਕੋ ਸੋ ਗਈ, ਬਾਦ ਅਹੰਤਾ ਤੂੰ ਕਿਉਂ ਲਹੀ। ਮਰਦ ਕਹਿੰਦੇ ਤੇ ਇਹਨਾਂ ਦੇ ਸੁਭਾਅ ਨੇ। ਕੰਨ ਦਾ ਸੁਭਾਅ ਆਵਾਜ਼ ਸੁਣਨਾ ਸੀ, ਸੁਭਾਅ ਉਹਦਾ। ਉਹਨੇ ਚੰਗੀ ਵੀ ਸੁਣ ਲੈਣੀ ਆ, ਮਾੜੀ ਵੀ ਸੁਣ ਲੈਣੀ ਆ। ਜਦੋਂ ਕਿਤੇ ਉਹਦਾ ਅੰਦਰ ਮਨ ਜ਼ਿਆਦਾ ਮੰਨਿਆ, ਕਹਿੰਦਾ ਯਾਰ ਮੈਂ ਤਾਂ ਸੁਣਿਆ ਹੀ ਨਹੀਂ, ਕੀ ਬੋਲਿਆ ਦੁਬਾਰਾ ਬੋਲੀ, ਮੈਂ ਨਹੀਂ ਸੁਣਿਆ। ਮਹਾਰਾਜ ਕਹਿੰਦੇ ਸੁਭਾਅ ਹੈ ਉਹਦਾ, ਚਮੜੀ ਦਾ ਸੁਭਾਅ ਹੈ ਸਪਰਸ਼ਤਾ। ਤੇ ਰਾਏ ਬੁਲਾਰ ਸਾਹਿਬ ਫਿਰ ਤੂੰ ਕਿਵੇਂ ਕਹਿਤਾ ਵੀ ਮੈਂ ਇੰਦਰੇ ਆ, ਮੈਂ, ਮੇਰੇ ਕੰਨ, ਮੇਰੀ ਮਰਜ਼ੀ, ਮੇਰਾ ਸਰੀਰ, ਕਿਵੇਂ ਕਹਿਦਾ ਇਹ? ਕਹਿੰਦਾ ਗੁਰਦੇਵ ਗੱਲ ਬੜੀ ਗਹਿਰੀ ਹੈ, ਅੱਜ ਪਕੜ 'ਚ ਆਈ ਹੈ। ਚਖ ਅਗਨੀ ਕੀ ਗੁਣ ਤੇ ਰੂਪਾ, ਸੋ ਤੇ ਗਹਿ ਸਮਝੀਏ ਭੂਪਾ। ਸਤਿਗੁਰ ਕਹਿੰਦੇ ਸਰੀਰ ਵਿੱਚ ਅੱਗ ਕਿਵੇਂ ਆ? ਅੱਗ ਤੇ ਕਈ ਥਾਵਾਂ ਤੇ ਹੈ। ਜਠਰਾਗਣ ਵੀ ਅੱਗ ਹੈ, ਪਾਚਨ ਸ਼ਕਤੀ ਕਰਕੇ ਅੱਗ ਕਰਕੇ ਚੱਲ ਰਿਹਾ ਸਿਸਟਮ ਸਾਡੀ ਬਾਡੀ ਦਾ ਸਾਰਾ। ਜਦੋਂ ਮਰਜ਼ੀ ਹੱਥ ਲਾ ਕੇ ਵੇਖੋ, ਟੈਂਪਰੇਚਰ ਰਹਿੰਦਾ ਬੰਦਾ ਨੋਰਮਲ ਰਹਿਣਾ ਪੈਂਦਾ ਹੈ। ਜ਼ਿਆਦਾ ਹੋ ਜੇ ਤੇ ਬੁਖਾਰ ਚੜ੍ਹ ਜਾਂਦਾ, ਘੱਟ ਹੋ ਜੇ ਤੇ ਕਮਜ਼ੋਰੀ ਆ ਜਾਂਦੀ, ਲੋਹ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਅੱਖਾਂ ਦਾ ਵਿਸ਼ਾ ਅੱਗ ਹੈ, ਅੱਗ। ਇਸੇ ਕਰਕੇ ਕਹਿੰਦੇ ਆ ਉਹ ਤੇਰੀ ਅੱਖ ਬੜੀ ਮਾੜੀ ਹੈ, ਪਰਾਂ ਰਿਹਾ ਕਰ, ਨਾ ਵੇਖਿਆ ਕਰ। ਅੱਗ, ਅੱਗ ਤੇ ਮਾੜੀ ਹੈ ਨਾ। ਹੁਣ ਚੱਖ ਨੇਤਰ ਅੱਗ ਕਿਵੇਂ ਹੋਏ? ਹਨੇਰੇ ਵਿੱਚ ਵੀ ਇਹ ਪੁਤਲੀਆਂ ਵੇਖਣ ਦਾ ਕੰਮ ਕਰਦੀਆਂ, ਦੂਰੋਂ ਵੀ ਵੇਖ ਰਹੀਆਂ ਨੇ। ਅੱਖ ਦੇ ਵਿੱਚ ਸਦਾ ਪਾਣੀ ਹੈ, ਵੇਖਦੇ ਆ ਨਾ ਆਪਾਂ। ਹੁਣ ਇਹ ਮੰਨ ਲਿਆ ਆਪਾਂ ਪਾਣੀ ਹੈ, ਬਾਹਰ ਦਾ ਪਾਣੀ ਅੱਖ 'ਚ ਪਾ ਕੇ ਵੇਖੋ ਕਿੱਦਾਂ ਲੱਗੂਗਾ, ਔਖਾ ਹੋ ਜਾਊਗਾ, ਅੱਖਾਂ ਛਿੱਲੀਆਂ ਜਾਣਗੀਆਂ। ਉਹ ਪਾਣੀ ਹੋਰ ਹੈ, ਉਹ ਪਾਣੀ ਗਰਮ ਹੈ। ਪਰ ਇਸ ਅੱਗ ਦੇ ਵਿੱਚ ਪਾਣੀ ਹੈ, ਤੇ ਪਾਣੀ ਵਿੱਚ ਅੱਗ ਹੈ, ਤੇ ਅੱਖਾਂ ਦਾ ਵਿਸ਼ਾ ਚਾਨਣ ਹੈ। ਤੇ ਲਾਈਟ ਜਗਾਈਏ, ਮਸਾਲ ਜਗਾਈਏ, ਕਾਹਦੇ ਨਾਲ ਜਲਦੀ ਹੈ ਜੀ? ਅੱਗ ਨਾਲ। ਇਲੈਕਟ੍ਰੀਸਿਟੀ ਕੀ ਹੈ? ਅੱਗ ਹੈ। ਦੋ ਤਾਰਾਂ ਜੋੜ ਕੇ ਵੇਖੋ, ਪਤਾ ਲੱਗ ਜੂ ਕੀ ਹੈ ਇਹ। ਸ਼ਾਰਟ ਸਰਕਟ ਕਿਉਂ ਹੁੰਦੇ ਆ? ਅੱਗ ਨਾਲ ਹੁੰਦੇ ਆ ਨਾ। ਅੱਖ ਦਾ ਵਿਸ਼ਾ ਅੱਗ ਹੈ, ਅੱਗ ਤੋਂ ਬਣੀ ਹੈ। ਇਹੀ ਕਾਰਨ ਹੈ ਇਹਦੀ ਮਾਰ ਬਹੁਤ ਦੂਰ ਤੱਕ, ਇਹਦੀ ਰੇਂਜ ਬੜੀ ਦੂਰ ਤੱਕ ਹੈ, ਜਿਵੇਂ ਕਿਸੇ ਦੂਰਬੀਨ ਦੀ ਹੋਵੇ। ਦੂਰਬੀਨ ਤਾਂ ਹੀ ਬਣੀ ਨਾ। ਟੈਲੀਸਕੋਪ ਕਿਉਂ ਬਣੇ ਆ? ਪੁੱਛਿਓ ਜਿਨ੍ਹਾਂ ਨੇ ਬਣਾਏ ਆ, ਉਹਦੇ ਪਿੱਛੇ ਉਹਨਾਂ ਨੇ ਕਾਰਨ ਕੀ ਲੱਭਿਆ? ਹਰ ਸਾਇੰਟਿਸਟ ਕੋਈ ਚੀਜ਼ ਬਣਾਉਂਦਾ ਨਾ, ਉਹ ਇੱਕ ਵਿਸ਼ਾ ਲੈ ਕੇ ਚੱਲਦਾ ਹੈ। ਕਹਿੰਦੇ ਅੱਖ ਦਾ ਵਿਸ਼ਾ ਸੀ ਦੇਖਣਾ। ਆਪਾਂ ਆਮ ਕਹਿੰਦੇ ਆ ਇਸ ਬੰਦੇ ਦੀ ਅੱਖ ਦੀ ਜੋਤ ਘੱਟ ਹੈ। ਜੋਤ ਕਿਵੇਂ ਜਗਦੀ ਹੈ ਜੀ? ਅੱਗ ਨਾਲ ਜਗਦੀ ਹੈ ਨਾ। ਕਦੇ ਸੋਚਿਆ ਕਰੋ ਇਹਨਾਂ ਚੀਜ਼ਾਂ ਨੂੰ, ਐਵੇਂ ਨਾ ਸੁਣਾ ਕੇ ਦੱਬੀ ਜਾਇਆ ਕਰੋਗਾ। ਜੋਤ, ਲਾਈਟ, ਰੌਸ਼ਨੀ, ਇਹ ਆਪਾਂ ਆਮ ਵਰਤਦੇ ਆ। ਡਾਕਟਰ ਕਹਿੰਦੇ ਇਹਦੀ ਆਈ ਸਾਈਟ ਵੀਕ ਹੈ, ਇਹਦੀ ਨਜ਼ਰ ਘੱਟ ਹੈ। ਰੌਸ਼ਨੀ ਪਿੱਛੋਂ ਨਹੀਂ ਆ ਰਹੀ, ਰਿਫਲੈਕਸ਼ਨ ਨਹੀਂ ਹੋ ਰਹੀ। ਉਹ ਕਾਹਦੇ ਨਾਲ ਹੋ ਰਹੀ ਹੈ? ਅੱਗ ਨਾਲ ਹੋ ਰਹੀ ਹੈ। ਤੇ ਇਹੀ ਕਾਰਨ ਹੈ ਮਨੁੱਖ ਨੂੰ ਅੱਗ ਹਮੇਸ਼ਾ ਜ਼ਿਆਦਾ ਦਿਸਦੀ ਹੈ, ਲਾਈਟ ਜ਼ਿਆਦਾ ਇਫੈਕਟ ਕਰਦੀ ਹੈ। ਪੁਰਾਣੇ ਸਮੇਂ 'ਚ ਮਸਾਲਾਂ ਜਗਦੀਆਂ ਸੀ, ਰਾਜੇ ਮਹਾਰਾਜਿਆਂ ਦੇ ਦਰਬਾਰ ਸੋਹਣਾ ਲੱਗੇ। ਅੱਜ ਕੀ ਲੱਗਦਾ? ਲਾਈਟਿੰਗ, 3D ਲਾਈਟਾਂ ਲੱਗੀਆਂ, ਰੌਸ਼ਨੀ ਪੈਂਦੀ ਹੈ ਤੇ ਆਪਾਂ ਫਿਰ ਪ੍ਰਭਾਵਿਤ। ਹੁਣ ਦੁਕਾਨ ਤੇ ਚੱਲੇ ਆ, ਕੱਪੜਾ ਨਹੀਂ ਸੀ ਖਰੀਦਣਾ, ਲਾਈਟਾਂ ਬੜੀਆਂ ਸੋਹਣੀਆਂ ਪਈਆਂ, ਅੱਗ ਦਾ ਵਿਸ਼ਾ ਸੀ। ਬੰਦਾ ਕਹਿੰਦਾ ਯਾਰ ਕੱਪੜੇ ਬੜੇ ਘੈਂਟ ਨੇ, ਲੈ ਲਾ, ਸੋਹਣੇ ਲੱਗਣਗੇ। ਉਸ ਅੱਗ ਦੀ ਰਿਫਲੈਕਸ਼ਨ ਪਈ, ਅੱਖ ਨੇ ਵੇਖਿਆ ਸੋਹਣੇ ਆ, ਘਰੇ ਆ ਕੇ ਕਹਿੰਦਾ ਇੰਨੇ ਸੋਹਣੇ ਨਹੀਂ ਯਾਰ ਜਿੰਨੇ ਤੂੰ ਕਹਿੰਦਾ ਸੀ। ਉੱਥੇ ਲੱਗਦੇ ਸੀ। ਕਿਉਂ? ਉੱਥੇ ਲਾਈਟ ਪੈਂਦੀ ਸੀ, ਰੌਸ਼ਨੀ ਪੈਂਦੀ ਸੀ। ਅੱਖ ਦਾ ਵਿਸ਼ਾ ਸੀ ਰੌਸ਼ਨੀ। ਰੌਸ਼ਨੀ ਨੇ ਰੌਸ਼ਨੀ ਨਾਲ ਮਿਲ ਕੇ ਇੱਕ ਚੀਜ਼ ਨੂੰ ਇੰਨੀ ਚਮਕ ਦਮਕ ਵਾਲਾ ਬਣਾਇਆ, ਉਹ ਸੋਹਣੀ ਲੱਗੀ। ਤੇ ਅੰਦਰ ਦੀ ਹਉਮੈ ਕਹਿੰਦੀ ਇਹ ਮੇਰੇ ਤੇ ਜਚੂ, ਮੇਰੀ ਅੱਖ ਜੋ ਪਸੰਦ ਕਰ ਲਈ ਉਹਨੂੰ ਨਹੀਂ ਛੱਡਦੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਰੀਰ ਵਿੱਚ ਅੱਗ ਹੈ, ਕਈ ਰੂਪਾਂ ਦੇ ਵਿੱਚ ਹੈ, ਪਰ ਮੁੱਖ ਵਿਸ਼ਾ ਅੱਖਾਂ ਦਾ। ਅੱਖਾਂ ਅੱਗ ਤੋਂ ਬਣੀਆਂ ਨੇ। ਜਲ ਕੀ ਜਿਹੀ ਸੋ ਰਸ ਗੁਣ ਤਾਹੀ, ਜਾਨਹੁ ਵਿਸ਼ੇ ਸਾਧ ਕੋ ਗਰਾਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਬੜੇ ਹੈਰਾਨ ਹੋ ਰਹੇ ਨੇ। ਰਾਏ ਬੁਲਾਰ ਸਾਹਿਬ ਕਹਿੰਦੇ ਸਾਰੇ ਜੀਵਨ 'ਚ ਸੁਣਿਆ ਹੀ ਨਹੀਂ ਕਦੇ, ਸੋ ਸਮਾਂ ਸਮਾਪਤ ਹੋ ਗਿਆ ਜੀ, ਕਿਉਂਕਿ ਵਿਸ਼ਾ ਬਹੁਤ ਗਹਿਰਾ ਚੱਲਦਾ ਹੈ। ਤੇ ਜਿਹਨੂੰ ਸਮਝ ਆਇਆ ਕੱਲ ਵੀ ਤੇ ਅੱਜ ਵੀ, ਸੱਚੀ ਉਹਨਾਂ ਲਈ ਤੇ ਬਹੁਤ ਆਨੰਦ ਹੈ। ਤੇ ਜਿਨ੍ਹਾਂ ਨੂੰ ਨਹੀਂ ਸਮਝ ਆਇਆ ਉਹ ਕੱਲ ਦਾ ਦਿਨ ਪਲੀਜ਼ ਮਾਫ ਕਰਿਓ, ਆਖੋ ਸਤਨਾਮ। ਪਰਸੋਂ ਤੋਂ ਤੁਹਾਡੇ ਹਿਸਾਬ ਦਾ ਸ਼ੁਰੂ ਹੋ ਜਾਣਾ ਕੰਮ,
ਕਿਉਂਕਿ ਇਹ ਛੱਡਿਆ ਵੀ ਨਹੀਂ ਜਾ ਸਕਦਾ। ਇਹ ਇਤਿਹਾਸ ਹੈ, ਇਤਿਹਾਸ ਦੀ ਇੱਕ ਇੱਕ ਲਾਈਨ ਬਾਕੀਮਤੀ ਹੈ। ਤੇ ਗੁਰੂ ਸਾਹਿਬ ਕਿਰਪਾ ਕਰਨ ਕਿਤੇ ਸਾਡੇ ਜੀਵਨ 'ਚ ਵੀ ਰਸ ਆ ਜੇ, ਆਨੰਦ ਆ ਜੇ, ਕਿਉਂਕਿ ਇਹ ਚੀਜ਼ਾਂ ਜਿੱਦਣ ਤੁਹਾਨੂੰ ਸਮਝ ਆ ਗਈਆਂ ਨਾ, ਤੁਹਾਡੇ ਜਿਉਣ ਦਾ, ਚੱਲਣ ਫਿਰਨ ਦਾ, ਜ਼ਿੰਦਗੀ ਦਾ ਨਜ਼ਰੀਆ ਬਦਲ ਜਾਣਾ ਹੈ, ਖਿਆਲ ਬਦਲ ਜਾਣਗੇ, ਉੱਠਣਾ ਬੈਠਣਾ ਬਦਲ ਜਾਣਾ ਹੈ। ਤੇ ਜਦੋਂ ਤੱਕ ਨਹੀਂ ਪਤਾ ਉਦੋਂ ਤੱਕ ਮੂੜ ਮੱਤ ਹੈ, ਬੇਵਕੂਫੀ ਹੈ, ਹੰਕਾਰ ਹਉਮੈ ਹੈ। ਮਰਦ ਕਹਿੰਦੇ ਨਾ ਤੂੰ ਸਰੀਰ ਹੈ, ਨਾ ਤੂੰ ਗਿਆਨ ਇੰਦਰੇ ਕਰਮ ਇੰਦਰੇ ਹੈ, ਫਿਰ ਹੈ ਕੀ? ਉਹ ਕਹਿੰਦੇ ਆਤਮਾ। ਉਹ ਕਹਿੰਦੇ ਮਰਦ ਮੈਨੂੰ ਪਤਾ ਨਹੀਂ। ਜਿਵੇਂ ਜਿਵੇਂ ਦੱਸਣਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ।